ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਆਪਾਂ। ਐਵੋਲਿਊਸ਼ਨ ਦੀ ਏਜ ਦੇ ਅਕੋਰਡਿੰਗ ਕਿ ਕਦੋਂ ਕਿਹੜੀ ਵਾਲੀ ਐਵੋਲਿਊਸ਼ਨ ਹੋਈ, ਤਾਂ ਆਪਾਂ ਵਨ ਬਾਏ ਵਨ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਪੀਅਰੈਂਸ ਆਫ ਫਸਟ ਸੈਲੂਲਰ ਫਾਰਮ ਆਫ ਲਾਈਫ ਔਨ ਅਰਥ। ਤੇ ਸਭ ਤੋਂ ਪਹਿਲਾਂ ਜਿਹੜੀ ਸੈਲੂਲਰ ਲਾਈਫ ਐਵੋਲਿਊਟ ਹੋਈ ਸੀ ਅਰਥ ਦੇ ਉੱਪਰ, ਉਹ ਸੀ ਐਨਾਰੋਬਿਕ ਹੈਟਰੋਟ੍ਰੋਫਿਕ ਬੈਕਟੀਰੀਆ। ਐਨਾਰੋਬਿਕ ਹੈਟਰੋਟ੍ਰੋਫਿਕ ਬੈਕਟੀਰੀਆ। ਔਰ ਉਹਦੀ ਅੱਜ ਤੋਂ ਪਹਿਲਾਂ ਅਗਰ ਗੱਲ ਕਰਦੇ ਹਾਂ ਤਾਂ 2000 ਮਿਲੀਅਨ ਈਅਰਸ back, 2000 million year ago, ਜਾਂ ਫਿਰ ਆਪਾਂ ਕਹਿ ਸਕਦੇ 2 ਬਿਲੀਅਨ ਈਅਰ ਅਗੋ। 200 ਕਰੋੜ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਭ ਤੋਂ ਪਹਿਲਾਂ ਐਨਾਰੋਬਿਕ ਹੈਟਰੋਬੈਕਟੀਰੀਆ ਫਾਰਮ ਹੋਇਆ ਸੀ ਅਰਥ ਦੇ ਉੱਪਰ। ਤਾਂ ਨੈਕਸਟ ਜੋ ਅਪੀਅਰੈਂਸ ਹੋਇਆ ਸੀ ਇਨਵਰਟੇਬਰੇਟ ਜੋ ਬੈਕਟੀਰੀਆ, ਤਾਂ ਆਉਂਦਾ ਹੀ ਇੱਕ ਅਲੱਗ ਕੈਟਾਗਰੀ ਹੈ, ਅਲੱਗ ਕਲਾਸੀਫਿਕੇਸ਼ਨ ਉਸਦੀ। ਅਪੀਅਰੈਂਸ ਆਫ ਇਨਵਰਟੇਬਰੇਟਸ ਦੀ ਅਗਰ ਗੱਲ ਕਰਦੇ ਤਾਂ 500 ਮਿਲੀਅਨ ਈਅਰ ਅਗੋ, ਲਗਭਗ 50 ਕਰੋੜ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਫਸਟ ਫਾਰਮ ਹੋਈ ਸੀ, ਫਸਟ ਇਨਵਰਟੇਬਰੇਟ ਫਾਰਮ ਹੋਇਆ ਸੀ ਅਰਥ ਦੇ ਉੱਪਰ। ਇਨਵਰਟੇਬਰੇਟ ਫਾਰਮ ਐਂਡ ਐਕਟਿਵ ਐਂਡ ਜੋ ਸੀਵੀਡ ਐਂਡ ਫਿਊ ਪਲਾਂਟਸ ਜਿਹੜੇ ਹੈਗੇ ਸੀ ਉਹ ਕਦੋਂ ਆਏ ਸੀ 320 ਮਿਲੀਅਨ ਈਅਰ ਅਗੋ, ਲਗਭਗ 32 ਕਰੋੜ ਈਅਰ ਅਗੋ। ਪਲਾਂਟ ਦਾ ਪੁੱਛ ਸਕਦੇ ਆ ਫਸਟ ਅਪੀਅਰੈਂਸ ਇਨਵਰਟੇਬਰੇਟ ਕਦੋਂ ਹੋਇਆ ਸੀ 500 ਮਿਲੀਅਨ ਈਅਰ ਅਗੋ। ਔਰ ਸੀਵੀਡ ਜੋ ਸੀ ਫਸਟ ਲਾਈਫ ਜਿਹੜੀ ਪਲਾਂਟ ਦੀ ਉਹ ਵੀ ਕਿਤੋਂ ਸ਼ੁਰੂ ਹੋ ਰਹੀ ਹੈ, ਓਸ਼ਨਸ ਤੋਂ ਹੀ ਹੋਈ ਹੈ ਪਲਾਂਟ ਵਾਲੀ ਵੀ। ਤਾਂ ਕਦੋਂ ਸ਼ੁਰੂ ਹੋਈ ਹੈ 320 ਮਿਲੀਅਨ ਈਅਰਸ ਅਗੋ। ਤਾਂ ਅਪੀਅਰੈਂਸ ਆਫ ਫਸਟ ਵਰਟੇਬਰੇਟ, ਤਾਂ ਇਹ ਜਾਲ ਸਪੀਸੀਜ਼ ਸਭ ਤੋਂ ਪਹਿਲਾਂ ਹੋਈਆਂ ਸੀ, ਜਾਲ ਸਪੀਸੀਜ਼। ਦੈਨ ਦੂਸਰੀਆਂ ਫਿਸ਼ਿਸ ਆਈਆਂ ਸੀ, ਲੇਕਿਨ ਜਾਲ ਜਿਹੜੀ ਫਿਸ਼ਿਸ ਸੀ ਉਹ ਆਈਆਂ ਸੀ। ਔਰ ਉਹਨਾਂ ਦਾ ਜੋ ਪੀਰੀਅਡ ਸੀਗਾ ਉਹ ਕਿਹੜਾ ਸੀਗਾ 300 ਮਿਲੀਅਨ ਈਅਰਸ ਅਗੋ। ਇਨਵਰਟੇਬਰੇਟਸ ਪਹਿਲਾਂ ਆਏ, ਦੈਨ ਪਲਾਂਟਸ, ਇਨਵਰਟੇਬਰੇਟਸ, ਫਿਰ ਆਇਆ ਜਾਲ ਸਪੀਸੀਜ਼, ਫਿਰ ਉਸ ਤੋਂ ਬਾਅਦ ਸੀਵੀਡਸ। ਤਾਂ ਇਹ ਸਾਰੀ ਚੀਜ਼ ਨੈਕਸਟ ਆਪਣੇ ਕੋਲ ਲੌਰਡ ਫਿਨ ਫਿਸ਼, ਜਿਹਨੂੰ ਕੋਲੋਕੈਂਥ ਆਪਾਂ ਕਹਿੰਦੇ ਹਾਂ, ਕੋਲਕਨ। ਤਾਂ ਇੱਕ ਐਦਾਂ ਦੀ ਫਿਸ਼ ਸੀ ਜਿਸ ਤੋਂ ਬਾਅਦ ਵਿੱਚ ਅੱਗੇ ਕੀ ਬਣਿਆ, ਐਮਫੀਬੀਅਨ ਬਣਿਆ। ਐਵੋਲੂਸ਼ਨਰੀ ਜਿਹੜੇ ਐਵੀਡੈਂਸ ਹੈ ਉਸ ਤੋਂ ਇਹ ਪਤਾ ਚੱਲਦਾ ਕਿ ਜਿਹੜੀ ਲੌਰਡ ਫਿਨ ਫਿਸ਼ਸ ਆ, ਜਿਹਨੂੰ ਆਪਾਂ ਕੋਲੋਕੈਂਥ ਨਾਮ ਦਿੱਤਾ ਸੀ, ਇਸ ਦੇ ਜਿਹੜੇ ਫਿਨ ਸੀ ਉਹ ਬਹੁਤ ਸਟਰੋਂਗ ਸੀ, ਫਿਨ ਬਹੁਤ ਸਟਰੋਂਗ ਸੀ। ਔਰ ਇਹ ਫਿਨ ਦੇ ਜ਼ਰੀਏ ਕੀ ਹੋ ਜਾਂਦੀ ਸੀ, ਲੈਂਡ ਉੱਪਰ ਵੀ ਵਾਕ ਕਰ ਲੈਂਦੀ ਸੀ, ਵਾਕ ਔਨ ਲੈਂਡ, ਵਾਕ ਔਨ ਲੈਂਡ, ਲੈਂਡ ਦੇ ਉੱਪਰ ਵਾਕ ਕਰ ਲੈਂਦੀ ਸੀ ਔਰ ਵਾਪਿਸ ਫਿਰ ਤੋਂ ਕਿਤੇ ਜਾ ਜਾਂਦੀ ਸੀ, ਵਾਟਰ ਦੇ ਵਿੱਚ ਆ ਜਾਂਦੀ ਸੀ। ਤਾਂ ਇਸ ਤੋਂ ਪਤਾ ਚੱਲਦਾ, ਜਾਂ ਆਪਾਂ ਕਹਿ ਸਕਦੇ ਹਾਂ ਐਵੀਡੈਂਸ ਹੈ ਇੱਕ ਤਰ੍ਹਾਂ ਦਾ, ਕਿ ਜਿਹੜੀ ਅਕੁਐਟਿਕ ਲਾਈਫ ਤੋਂ ਬਾਅਦ ਵਿੱਚ ਕਿੱਦਾਂ ਲੈਂਡ ਵਿੱਚ ਸਟਾਰਟ ਹੋਈ ਲਾਈਫ, ਜੋ ਰੈਪਟਾਈਲ ਐਮਫੀਬੀਅਨ ਆ ਉਹ ਕਿਸ ਤਰ੍ਹਾਂ ਫਾਰਮ ਹੋਇਆ। ਤਾਂ ਆਪਾਂ ਐਮਫੀਬੀਅਨ ਦੀ ਗੱਲ ਕਰਾਂਗੇ ਕਿਉਂਕਿ ਜੋ ਫਿਸ਼ ਆ ਉਹ ਇੱਕ ਤਰ੍ਹਾਂ ਅਕੁਐਟਿਕ ਲਾਈਫ 'ਚ ਰਹਿਣ ਵਾਲੀ ਸੀ। ਜਦੋਂ ਲੈਂਡ ਦੇ ਵਿੱਚ ਜਾਣ ਲੱਗੇ ਔਰ ਵਾਪਿਸ ਫਿਰ ਤੋਂ ਪਾਣੀ ਵਿੱਚ, ਤਾਂ ਉਹਨਾਂ ਦੇ ਵਿੱਚ ਐਵੋਲਿਊਸ਼ਨ ਹੁੰਦੇ ਹੁੰਦੇ ਸਭ ਤੋਂ ਪਹਿਲਾਂ ਜਿਹੜੀ ਲਾਈਫ ਹੋਈ ਸਟਾਰਟ ਹੈ ਫਿਸ਼ਸ ਤੋਂ, ਉਹ ਐਮਫੀਬੀਅਨ ਦੀ ਹੋਈ। ਐਮਫੀਬੀਅਨ ਤੋਂ ਬਾਅਦ ਵਿੱਚ ਆਏ ਰੈਪਟਾਈਲ, ਰੈਪਟਾਈਲਸ ਦੇ ਵਿੱਚ ਡਾਇਨਾਸੋਰਸ ਹੋ ਗਿਆ, ਟੋਰਟੋਇਸ ਹੋ ਗਿਆ, ਇਹ ਸਨੇਕ, ਇਹ ਸਾਰੇ ਰੈਪਟਾਈਲ ਦੀਆਂ ਹੀ ਕੈਟੇਗਰੀ ਹੈ। ਸਨੇਕ, ਟੋਰਟੋਇਸ, ਡਾਇਨਾਸੋਰਸ, ਡਾਇਨਾਸੋਰਸ। ਔਰ ਰੈਪਟਾਈਲ ਤੋਂ ਬਾਅਦ ਵਿੱਚ ਜਿਹੜੀ ਚੀਜ਼ ਆਈ ਆ ਉਹ ਆਏ ਆਪਣੇ, ਇਹਨਾਂ ਵਿੱਚੋਂ ਰੈਪਟਾਈਲ ਜਿਹੜੇ ਆ ਅੱਜ ਵੀ ਮੌਜੂਦ ਆ ਅਰਥ ਦੇ ਉੱਪਰ। ਡਾਇਨਾਸੋਰ ਐਕਸਟਿੰਕਟ ਹੋ ਚੁੱਕੇ ਆ, ਐਕਸਟਿੰਕਟ, ਲੇਕਿਨ ਜੋ ਸਭ ਤੋਂ ਪਹਿਲਾਂ ਸਮੋਲਰ ਸਾਈਜ਼ ਦੇ ਰੈਪਟਾਈਲ ਹੈ ਉਹ ਸਟਿਲ ਪ੍ਰੈਜ਼ੈਂਟ ਹੈ ਅਰਥ ਦੇ ਉੱਪਰ, ਉਹਨਾਂ ਦੀ ਐਗਜ਼ਿਸਟੈਂਸ ਅੱਜ ਵੀ ਹੈ। ਜਿਹੜੇ ਸਮੋਲਰ ਸਾਈਜ਼ ਰੈਪਟਾਈਲ ਹੈ ਉਹ ਅੱਜ ਵੀ ਪ੍ਰੈਜ਼ੈਂਟ ਹੈ। ਲੇਕਿਨ ਰੈਪਟਾਈਲ ਤੋਂ ਬਾਅਦ ਵਿੱਚ ਫਾਰਮ ਹੋਏ ਮੈਮਲਸ,
एंड बर्ड। अपने को नीचे पूरा रिप्रेजेंटेटिव एवोल्यूशनरी हिस्ट्री ऑफ वर्टेब्रेट थ्रू द जियोलॉजिकल पीरियड, ये सारी अपन ਨੂੰ ਆਲਰੇਡੀ ਦੇ ਰੱਖੀ ਆ। ਮੈਮਲ ਦੇ ਵਿੱਚ ਹਿਊਮਨ ਵੀ ਆ ਜਾਣਗੇ। ਹਿਊਮਨ ਆਪਾਂ ਦੇਖਦੇ ਹਾਂ। ਜੋ ਲੋਡ ਫਿਨ ਫਿਸ਼ਸ ਹੈ, fish with a stout and strong fleshy lobed fin could move on a land and go back to the water. This was about 350 million years ago, ਲਗਭਗ 35 ਕਰੋੜ ਸਾਲ ਪਹਿਲਾਂ ਇਹ ਸਭ ਚੀਜ਼ਾਂ ਐਗਜ਼ਿਸਟ ਕਰ ਰਹੀਆਂ ਸੀ ਅਰਥ ਦੇ ਉੱਪਰ। ਤਾਂ ਆਪਣੇ ਕੋਲ ਇੱਕ ਦੇ ਰੱਖਿਆ, ਇੱਥੋਂ ਇੱਕ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਸਕਦਾ। ਦੇਖੋ ਆ ਇੱਕ ਉੱਪਰ ਦੀ ओर ਜਾ ਰਿਹਾ ਸਾਰੇ ਦੇ ਸਾਰੇ, ਇਹ ਐਵੋਲੂਸ਼ਨਰੀ ਦੇ ਰੱਖਿਆ ਕਿ ਕਿਹੜੇ ਵਾਲੇ ਐਂਸੈਸਟਰ ਤੋਂ ਕਿਹੜੇ ਵਾਲੀ ਚੀਜ਼ ਪ੍ਰੋਡਿਊਸ ਹੋਈ ਹੈ। ਤਾਂ ਡਾਇਨਾਸੌਰ ਐਕਸਟਿੰਕਟ ਹੋ ਗਿਆ, ਐਕਸਟਿੰਕਟ ਤੋਂ ਬਾਅਦ ਉਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਇੱਦਾਂ ਦੀ ਅੱਗੇ ਇਵੋਲਵ ਨਹੀਂ ਹੋਈ। ਲੇਕਿਨ ਆਪਾਂ ਅਗਰ ਗੱਲ ਕਰਦੇ ਹਾਂ ਥੇਰੋਪਸੀਡਾ, ਥੇਰੋਪਸੀਡਾ ਜਿਹੜੇ ਆ ਇਹ ਕਾਮਨ ਐਂਸੈਸਟਰ ਹੈਗੇ ਆ ਆਪਣੇ ਕੋਲ ਮੈਮਲ ਤੇ ਬਰਡਸ ਦੇ। ਕਾਮਨ ਐਂਸੈਸਟਰ ਹੈਗੇ ਆ ਬਰਡ ਤੇ। ਇਹ ਪੁੱਛ ਲੈਂਦੇ ਕਿ ਕਿਹੜੇ ਵਾਲਾ ਜਿਹੜਾ ਹੈ ਐਕਸਟਿੰਕਟ ਹੈ, ਲੇਕਿਨ ਇਹਨਾਂ ਤੋਂ ਹੀ ਅੱਗੇ ਐਵੋਲੂਸ਼ਨ ਹੋ ਕੇ ਮੈਮਲਸ ਤੇ ਬਰਡਸ ਫਾਰਮ ਹੋਏ ਆ। अर्ली रेप्टाइल एक्सटिंक्ट हो गया ਸੌਰੋਪਸੀਡਾ। ਉਸ ਤੋਂ ਅੱਗੇ ਰੈਪਟਾਈਲ ਤੋਂ ਬਾਅਦ ਵਿੱਚ ਕਿਹੜੇ ਟੋਰਟੋਇਸ ਆ ਗਿਆ। ਸੌਰੋਪਸੀਡਾ ਤੋਂ ਅੱਗੇ ਨੈਕਸਟ ਵਾਲੇ ਜਿਹੜੇ ਬਣੇ ਸੀ ਥੀਕੋਡੋਂਟ ਸੀ, ਥੀਕੋਡੋਂਟ ਤੋਂ ਅੱਗੇ ਆਪਣੇ ਕੋਲ ਕੀ ਬਣਿਆ ਕ੍ਰੋਕੋਡਾਈਲ ਆ ਗਿਆ, ਔਰ ਡਾਇਨਾਸੌਰ ਵੀ ਇੱਥੋਂ ਹੀ ਬਣੇ। ਡਾਇਨਾਸੌਰ ਔਰ ਇੱਦਾਂ ਹੀ ਸੌਰੋਪਸੀਡਾ ਤੋਂ ਨੈਕਸਟ ਕਿਹੜੇ ਵਾਲੇ ਆ ਆਪਣੇ ਕੋਲ ਟਿਊਟਰ। ਸੌਰੋਪਸੀਡਾ ਤੋਂ ਆਪਣੇ ਕੋਲ ਕੀ ਬਣਿਆ ਸਨੇਕ, ਲਿਜ਼ਾਰਡ। ਇਹ ਸਾਰੇ ਸੌਰੋਪਸੀਡਾ ਜਿਹੜੇ ਤੁਸੀਂ ਦੇਖ ਰਹੇ ਹੋ ਆ ਸਮੋਲ ਵਾਲੇ ਜਿਹੜੇ ਹੈਗੇ ਆਪਣੇ ਕੋਲ, ਸਮੋਲ ਵਾਲੇ ਜਿਹੜੇ ਆਪਣੇ ਕੋਲ ਆ ਰਹੇ ਆ ਇਹ ਕਿਹੜੇ ਵਾਲੇ ਹੈਗੇ ਆ ਸਾਰੇ ਦੇ ਸਾਰੇ ਸੌਰੋਪਸੀਡਾ, ਇਹਨਾਂ ਦੇ ਐਂਸੈਸਟਰ ਸੀਗੇ। ਸਮੋਲ ਵਾਲੇ ਰੈਪਟਾਈਲ ਇਹਨਾਂ ਦੇ ਐਂਸੈਸਟਰ ਕੌਣ ਆ, ਇਹਨਾਂ ਦੇ ਐਂਸੈਸਟਰ ਸੌਰੋਪਸੀਡਾ। ਔਰ ਆਪਾਂ ਦੂਸਰੀ ਸਾਈਡ ਅਗਰ ਗੱਲ ਕਰਦੇ ਹਾਂ ਸਾइनोप्सीडा, साइनोप्सीडा ਤੋਂ ਅੱਗੇ ਕੀ ਹੈ ਪੈਲਿਕੋਸੌਰਸ, ਪੈਲਿਕੋਸੌਰਸ ਤੋਂ ਨੈਕਸਟ ਹੈ ਥੀਰੋਪਸੀਡਾ, ਥੀਰੋਪਸੀਡਾ ਤੋਂ ਹੀ ਅੱਗੇ ਕੀ ਆ ਮੈਮਲ ਵਾਲੇ ਜਿਹੜੇ ਇਹ ਰੈਪਟਾਈਲ। ਦੇਖੋ ਰੈਪਟਾਈਲ ਤੋਂ ਹੀ ਅੱਗੇ ਸਾਰੀਆਂ ਜਿਹੜੀ ਲਾਈਫ ਹੈ ਉਹ ਫਾਰਮ ਹੋ ਰਹੀ ਹੈ। ਬਰਡਸ ਮੈਮਲ, ਤਾਂ ਮੈਮਲ ਵਿੱਚ ਹਿਊਮਨ ਵੀ ਹੋਣਗੇ। ਹਿਊਮਨ और जो लोड फिन फिशेस है ਫਿਸ਼ ਹੈ ਇਹ 1938 ਦੇ ਵਿੱਚ ਅਫਰੀਕਾ ਦੇ ਵਿੱਚ ਇਸ ਨੂੰ ਪਕੜਿਆ ਗਿਆ ਸੀਗਾ, ਔਰ ਇਸ ਲਈ ਇਸ ਨੂੰ ਕੀ ਕਿਹਾ ਜਾਂਦਾ ਲਿਵਿੰਗ ਫੋਸਿਲਸ। ਲਿਵਿੰਗ ਫੋਸਿਲ ਹੁੰਦਾ ਕੀ ਹੈ, ਲਿਵਿੰਗ ਫੋਸਿਲਸ ਉਹ ਹੋਣਗੇ ਜਿਨ੍ਹਾਂ ਦੇ ਗਰੁੱਪ ਦੇ ਜਿਹੜੇ ਬਾਕੀ ਮੈਂਬਰ ਤਾਂ ਐਕਸਟਿੰਕਟ ਹੋ ਗਏ, ਲੇਕਿਨ ਫਿਰ ਵੀ ਉਹਨਾਂ ਦੇ ਜਿਹੜੇ ਇੰਟਰਨਲ ਜਾਂ ਨੋਟਮਿਕਲੀ ਅੱਜ ਵੀ ਉਹਨਾਂ ਦੇ ਨਾਲ ਦੇ ਕੀ ਹੋ ਰਿਹਾ, ਉਹਨਾਂ ਦੇ ਨਾਲ ਦੇ ਸਟਿਲ ਆਰਗੇਨਿਜ਼ਮ ਪ੍ਰੈਜ਼ੈਂਟ ਹੈ ਜਿਨ੍ਹਾਂ ਦੇ ਨੋਟਮਿਕਲੀ ਸੇਮ ਨੇ ਫਿਲਹਾਲ। ਨੋਟਮਿਕਲੀ ਸਿਮਿਲਰ, ਨੋਟਮਿਕਲੀ ਸਿਮਿਲਰ ਤੋਂ ਕੀ ਮਤਲਬ ਆ ਕਿ ਉਹਨਾਂ ਦੇ ਇੰਟਰਨਲ ਸਟਰਕਚਰ ਅੱਜ ਵੀ ਆਪਣੇ ਐਂਸੈਸਟਰ ਦੇ ਨਾਲ ਪੂਰੀ ਤਰ੍ਹਾਂ ਮੇਲ ਖਾ ਰਹੀ ਆ, ਔਰ ਅੱਜ ਵੀ ਉੱਦਾਂ ਦੀਆਂ ਫਿਸ਼ਸ ਹੈਗੀਆਂ। ਤਾਂ ਇਸ ਲਈ ਆਪਾਂ ਕੀ ਕਹਿੰਦੇ ਆ ਉਹਨਾਂ ਫਿਸ਼ਸ ਨੂੰ ਆਪਾਂ ਕਹਿੰਦੇ ਆ ਲਿਵਿੰਗ ਫੋਸਿਲਸ। ਨੋਟਮਿਕਲੀ ਇੰਟਰਨਲ ਸਟਰਕਚਰ ਸਟਿਲ ਉਹਨਾਂ ਦੇ ਨਾਲ ਮੇਲ ਖਾ ਰਹੀਆਂ ਜੋ ਅੱਜ ਇਸ ਅਰਥ ਦੇ ਉੱਪਰ ਐਕਸਟਿੰਕਟ ਹੋ ਚੁੱਕੀਆਂ ਪੂਰੀ ਤਰ੍ਹਾਂ। नेक्स्ट अपने को
फर्स्ट लाइफ that migrate from aquatic to terrestrial habitat, ossiplant. ਫਸਟ ਲਾਈਫ ਜਿਹੜੀ ਮਾਈਗ੍ਰੇਟ ਕਰਕੇ ਐਸੇ ਐਕਵੈਟਿਕ ਟੂ ਟੈਰਸਟਰੀਅਲ ਹੈਬਿਟੇਟ ਉਹ ਪਲਾਂਟ ਸੀ। ਪਲਾਂਟ ਦੇ ਵਿੱਚ ਕਿਹੜੇ ਵਾਲੇ ਮੋਜ਼ਸ ਤੇ ਬ੍ਰਾਇਓਫਾਈਟਾ। ਮੋਜ਼ਸ ਸਭ ਤੋਂ ਬੈਸਟ ਆਪਾਂ ਲਿਖਣਾ, ਅਗਰ ਆਪਣੇ ਕੋਲ ਆਪਸ਼ਨ 'ਚ ਮੋਜ਼ਸ ਔਰ ਬ੍ਰਾਇਓਫਾਈਟਾ ਆਏ ਤਾਂ ਆਪਾਂ ਮੋਜ਼ਸ ਨੂੰ ਹੀ ਪ੍ਰੈਫਰੈਂਸ ਦੇਣੀ ਹੈ, ਮੋਜ਼ਸ। और अगर कॉमन दोनों आ रहे तो मोजेस एंड ब्रायोफाइटा ਆਪਾਂ ਟਿਕ ਕਰ ਦਾਂਗੇ। ਜੋ ਐਕੁਆਟਿਕ ਤੋਂ ਕਿੱਥੇ ਪਹੁੰਚੇ ਆ, ਟੈਰਸਟਰੀਅਲ। ਇਹ ਪਲਾਂਟ ਹੈਗੇ ਆ ਜਿਹੜੇ ਐਕੁਆਟਿਕ ਮਾਈਗ੍ਰੇਟ ਕਰਕੇ ਆਏ ਐਕੁਆਟਿਕ ਟੈਰਸਟਰੀਅਲ ਹੈਬਿਟੇਟ ਦੇ ਵਿੱਚ, ਤਾਂ ਪਲਾਂਟਸ ਨੇ। ਔਰ ਜਿਹਨੂੰ ਆਪਾਂ ਕੀ ਕਹਿ ਦਿੱਤਾ ਹੈਗਾ, ਪਲਾਂਟ ਕਿਸ ਟਾਈਪ ਦੇ, ਮੋਜ਼ਸ ਐਂਡ ਬ੍ਰਾयोफाइटा। ਦਾ origin of amphibian, ਐਮਫੀਬੀਆ ਕਿੱਥੋਂ ਆਪਣੇ ਕੋਲ, ਉਹੀ ਜੋ ਲੋਡ ਫਿਨ ਫਿਸ਼ ਸੀ, ਕੋਲਿਓਕੈਂਥ। ਕੋਲਿਓਕੈਂਥ ਨਾਮ ਯਾਦ ਰੱਖਣਾ ਕਿ ਇਸ ਤੋਂ ਐਮਫੀਬੀਅਨ ਅੱਗੇ ਇਵੋਲਵ ਹੋਏ ਆ। ਕੋਲਿਓਕੈਂਥ ਨਾਮ ਦੀ ਜੋ ਫਿਸ਼ ਸੀ, ਲੋਡ ਫਿਨ ਫਿਸ਼ ਸੀ, ਜਿੱਥੋਂ ਅੱਗੇ ਕੀ ਹੋਇਆ, ਐਮਫੀਬੀਅਨ ਇਵੋਲਵ ਹੋਏ ਆ। ਔਰ ਇਸ ਤੋਂ ਬਾਅਦ there are no specimen of this left with us, however these were ancestor of modern day। ਜਿਹੜੇ ਆਪਣੇ ਕੋਲ ਦੇ ਰੱਖੇ ਐਮਫੀਬੀਅਨ ਜੋ ਪਹਿਲਾਂ ਬਣੇ ਸੀ, ਉਹ ਐਮਫੀਬੀਅਨ ਅੱਜ ਦੇ ਦਿਨ ਜੋ ਅੱਜ ਚੱਲ ਰਹੇ ਆ, ਜਿੱਦਾਂ ਫਰੋਗ ਹੋ ਗਿਆ, ਸੈਲਮੰਡਰਸ ਹੈ, ਇਹ ਸਾਰਿਆਂ ਦੇ ਅੱਜ ਐਮਫੀਬੀਆ ਵਰ ਦੀ ਫਸਟ ਐਨੀਮਲ ਬਟ ਸੈਕਿੰਡ ਆਰਗੇਨਿਜ਼ਮ। ਜੋ ਸਭ ਤੋਂ ਪਹਿਲਾਂ ਫਸਟ ਆਰਗੇਨਿਜ਼ਮ ਜੋ ਆਇਆ ਸੀ ਉਹ ਪਲਾਂਟ ਸੀ, ਜੋ ਐਕੁਆਟਿਕ ਤੋਂ ਮਾਈਗ੍ਰੇਟ ਕਰਕੇ ਟੈਰਸਟਰੀਅਲ ਤੇ ਆਇਆ ਸੀ। ਸੈਕਿੰਡ ਨੰਬਰ ਤੇ ਜੋ ਆਇਆ ਸੀ ਉਹ ਐਮਫੀਬੀਅਨ ਸੀ। ਸੈਕਿੰਡ ਨੰਬਰ ਕਿਹੜਾ, ਐਮਫੀਬੀਅਨ। ਐਮਫੀਬੀਅਨ ਚ ਆਏਗਾ ਕਿ ਐਮਫੀਬੀਅਨ ਚ ਆਏਗਾ ਜੋ ਪਾਣੀ ਵਿੱਚ ਵੀ ਰਹਿ ਲੈਂਦੇ ਆ ਔਰ ਟੈਰਸਟਰੀਅਲ ਜਾਂ ਲੈਂਡ ਤੇ ਵੀ ਰਹਿ ਸਕਦੇ, ਉਹ ਹੁੰਦੇ ਐਮਫੀਬੀਅਨ। ਕਿ ਉਹਨਾਂ ਦੀ ਸਕਿਨ ਮੋਸਟ ਹੋਣੀ ਜ਼ਰੂਰੀ ਹੈ। ਜਦੋਂ ਉਹਨਾਂ ਦੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਤਾਂ ਉਹ ਵਾਟਰ ਦੇ ਵਿੱਚ ਚਲੇ ਜਾਂਦੇ ਆ। ਤਾਂ ਇਹ ਵਾਲੇ ਸੀ ਐਮਫੀਬੀਅਨ। ਤਾਂ ਐਮਫੀਬੀਅਨ ਅੱਜ ਵੀ ਪ੍ਰੈਜ਼ੈਂਟ ਹੈ। ਜੋ ਆਪਾਂ ਫਰੋਗ ਕਹਿ ਰਹੇ ਹਾਂ, ਸੈਲਮੰਡਰ ਹੈ, ਸਟਿਲ ਪ੍ਰੈਜ਼ੈਂਟ ਹੈਗੇ ਆ, ਜਿਹੜੇ ਕਿ ਲੋਡ ਫਿਨ ਫਿਸ਼ਸ ਤੋਂ ਹੀ ਅੱਗੇ ਇਵੋਲਵ ਹੋਏ ਆ। ਨੈਕਸਟ ਆਪਣੇ ਕੋਲ ਰੀਜਨ ਆਫ ਰੈਪਟਾਈਲ। ਐਮਫੀਬੀਅਨ ਤੋਂ ਬਾਅਦ ਵਿੱਚ ਕਿਹੜੇ ਵਾਲੇ ਆਏ ਆ, ਆਪਣੇ ਕੋਲ ਰੈਪਟਾਈਲ ਆਏ ਆ। ਰੈਪਟਾਈਲ ਜਿਹੜੇ ਸਮੋਲਰ ਸਾਈਜ਼ ਹੈਗੇ, ਟੋਰਟੋਇਸ, ਟਰਟਲ, ਟੋਰਟੋਇਸ ਦੇ ਰੱਖਿਆ, ਕ੍ਰੋਕੋਡਾਈਲ, ਸਨੇਕ, ਲਿਜ਼ਾਰਡ, ਚਿਓਟਰਾ। ਇਹ ਸਾਰੇ ਆਪਣੇ ਕੋਲ ਲਿਜ਼ਾਰਡ ਪਏ ਹੋਏ ਆ। ਕਦੋਂ ਇਹਨਾਂ ਦੇ ਐਵੋਲੂਸ਼ਨ ਹੋਈ ਹੈ, 200 ਮਿਲੀਅਨ ਈਅਰਸ ਅਗੋ, ਲਗਭਗ 2 ਕਰੋੜ ਸਾਲ ਪਹਿਲਾਂ ਇਹ ਅਰਥ ਦੇ ਉੱਪਰ ਆਏ ਆ। ਔਰ ਇਹਨਾਂ ਪੂਰੀ ਤਰ੍ਹਾਂ ਡੋਮੀਨੇਟ ਕਰਿਆ ਸੀ ਅਰਥ ਨੂੰ। ਨੈਕਸਟ ਆਪਣੇ ਕੋਲ ਡਾਇਨਾਸੋਰ। ਇਹ ਵੀ ਇੱਕ ਤਰ੍ਹਾਂ ਦੇ ਰੈਪਟਾਈਲ ਹੀ ਸੀਗੇ। ਤੇ ਰੈਪਟਾਈਲ ਕਿਹੜੇ ਵਾਲੇ, ਇਹਨਾਂ ਤੇ ਇਹ ਪੁੱਛ ਲੈਂਦੇ ਕਿ 20 ਹਾਈਟ ਜਾਂ 20 ਫੀਟ ਹਾਈਟ ਵਾਲਾ ਡਾਇਨਾਸੋਰ ਉਹਦੀ ਕੈਟਾਗਰੀ ਕਿਹੜੀ ਸੀ। ਤਾਂ ਇੱਥੇ ਤੁਸੀਂ ਲਿਖ ਲੈਣਾ, ਯਾਦ ਰੱਖਣਾ ਕਿ 20 ਫੀਟ ਜਿਹੜੇ ਫਲੈਸ਼ ਖਾਂਦੇ ਸੀਗੇ, ਉਹ ਵਾਲੇ ਡਾਇਨਾਸੋਰ ਕਿਹੜੇ ਆ। और दूसरे वाला दे रखा है फिश लाइक एंड एक्वाटिक evolved about 200 million year ago when some land reptile went back into the water। ਜਦੋਂ ਕੁਝ ਰੈਪਟਾਈਲ ਕੀ ਹੋ ਰਹੇ ਸੀ, ਪਾਣੀ ਦੇ ਵਿੱਚ ਜਾ ਰਹੇ ਸੀ, ਤਾਂ ਉਹਨਾਂ ਦੇ ਵਿੱਚ ਡਾਇਨਾਸੌਰ ਦੀ ਕਿਹੜੇ ਵਾਲੀ ਕੈਟਾਗਰੀ ਸੀ, ਉਹ ਕਹਿੰਦੇ ਇਕਥਾਇਓਸੌਰਸ, ਇਕਥਾਇਓਸੌਰਸ। ਔਰ ਦੂਸਰੇ ਵਾਲਾ ਆਪਣੇ ਕੋਲ ਹੈ ਟਾਇਰੈਨੋਸੌਰਸ। ਟਾਇਰੈਨੋਸੌਰਸ ਜਿਹੜਾ ਰੈਕਸ, ਇਹ ਇੱਕ ਤਰ੍ਹਾਂ ਦਾ ਫਲੈਸ਼ ਖਾਣ ਵਾਲਾ ਸੀਗਾ। biggest flesh eating dinosaurs with a 20 feet height and huge dagger like teeth। ਤਾਂ ਆਹ ਵਾਲਾ ਜੋ ਡਾਇਨਾਸੌਰ ਹੈ, ਇਹ ਫਲੈਸ਼ ਲਾਈਕ ਮਤਲਬ ਫਲੈਸ਼ ਖਾਂਦਾ ਸੀਗਾ ਐਨੀਮਲਸ ਦੀ, ਔਰ ਇਹਦੇ ਹਾਈਟ ਜਿਹੜੀ ਸੀ 20 ਫੀਟ ਤੱਕ ਸੀ। ਔਰ 3 ਹੌਰਨ ਜਿਹੜੇ ਆਪਣੇ ਕੋਲ ਹੈਗੇ 3 ਹੌਰਨ ਡਾਇਨਾਸੌਰ, ਉਸ ਨੂੰ ਆਪਾਂ ਕੀ ਕਹਿੰਦੇ ਆ, ਟ੍ਰਾਈਸੈਰੇਟੋਪਸ। ਟ੍ਰਾਈਸੈਰੇਟੋਪਸ ਇਹ ਵੀ ਪੁੱਛਣਾ, 3 ਹੌਰਨ ਜਿਹੜਾ ਡਾਇਨਾਸੌਰ ਸੀ ਉਸ ਦਾ ਨਾਮ ਕੀ ਸੀ, ਟ੍ਰਾਈਸੈਰੇਟੋਪਸ। ਔਰ ਡਾਇਨਾਸੌਰ ਦੀ ਜਿਹੜੀ ਐਕਸਟਿੰਕਸ਼ਨ ਹੋਈ ਹੈ, ਉਸ ਦੇ ਮੇਜਰ ਕਾਰਨ ਹੈ ਕਲਾਈਮੇਟ ਚੇਂਜ,
ਡਾਇਨਾਸੌਰ ਬਾਕੀ ਤਾਂ ਸਟਿਲ ਪ੍ਰੈਜ਼ੈਂਟ ਆ ਔਨ ਅਰਥ, ਜੋ ਸਮੋਲਰ ਵਾਲੇ ਆਪਣੇ ਕੋਲ ਰੈਪਟਾਈਲ ਹੈ, ਲੇਕਿਨ ਜਿਹੜੇ ਵੱਡੇ ਵਾਲੇ ਰੈਪਟਾਈਲ ਸੀ ਜਿਨ੍ਹਾਂ ਦਾ ਲਾਰਜ ਸਾਈਜ਼ ਸੀ ਉਹ ਸਾਰੇ ਕੀ ਹੋ ਗਏ, ਐਕਸਟਿੰਕਟ ਹੋ ਗਏ। ਤਾਂ ਐਕਸਟਿੰਕਟ ਹੋਣ ਦਾ ਕਾਰਨ ਜਾਂ ਰੀਜ਼ਨ ਕੀ ਹੈ, ਕਲਾਈਮੇਟ ਚੇਂਜ ਮੋਸਟ, ਔਰ ਉਹਨਾਂ ਤੋਂ ਬਹੁਤ ਸਾਰੇ ਕਿਤੇ 'ਚ ਕਨਵਰਟ ਹੋ ਗਏ, ਬਰਡਸ ਦੇ ਵਿੱਚ ਕਨਵਰਟ ਹੋ ਗਏ, ਉਹਨਾਂ ਆਪਣੇ ਆਪਣਾ ਇਵੋਲਵ ਕਰ ਰਿਹਾ। ਔਰ ਇੱਕ ਲਾਸਟ ਵਾਲਾ ਹੈ ਮੈਟੇਰਾਈਟ ਕੋਲੀਜ਼ਨ। ਤਾਂ ਸਟਿਲ ਅਜੇ ਤੱਕ ਐਗਜ਼ੈਕਟ ਇਸ ਦਾ ਪਤਾ ਨਹੀਂ ਚੱਲਿਆ ਕਿ ਉਸਦੀ ਐਕਸਟਿੰਕਸ਼ਨ ਕਿਉਂ ਹੋਈ। ਮਾਡਰਨ ਡੇਜ਼ ਤੱਕ ਵੀ ਸਿਰਫ ਇਹ ਸਾਰੀਆਂ ਆਪਣੇ ਕੋਲ ਆਈਡੀਆਜ਼ ਹੈ ਅਲੱਗ-ਅਲੱਗ, ਲੇਕਿਨ ਐਗਜ਼ੈਕਟ ਇਹਨਾਂ 'ਚੋਂ ਕੋਈ ਵੀ ਨਹੀਂ ਹੈ ਕਿ ਜੋ ਸਾਬਿਤ ਕਰ ਪਾਏ ਕਿ ਐਕਸਟਿੰਕਸ਼ਨ ਹੋਣ ਦਾ ਕਾਰਨ ਉਹ ਇਹ ਵਾਲੇ ਹੀ ਫੈਕਟਰ ਹੋ ਸਕਦੇ ਜਾਂ ਰੀਜ਼ਨ ਹੋ ਸਕਦੇ ਹੈ। नेक्स्ट अपने को द ट्रू रीजन फॉर एक्सटिंक्शन ऑफ डायनासोर इज स्टिल अननोन। फिर जो स्टिल ਜਿਹੜਾ ਟ੍ਰਿਊ ਵਾਲਾ ਰੀਜ਼ਨ ਆ ਉਹ ਅਜੇ ਤੱਕ ਵੀ ਨਹੀਂ ਪਤਾ ਚੱਲਿਆ ਕਿ ਜੋ ਐਕਸਟਿੰਕਸ਼ਨ ਹੋਈ ਡਾਇਨਾਸੌਰ ਦੀ ਉਹ ਕਿਉਂ ਹੋਈ ਹੈ। ਨੈਕਸਟ ਹੈ ਆਪਣੇ ਕੋਲ ਓਰੀਜਨ ਆਫ ਬਰਡਸ। ਓਰੀਜਨ ਆਫ ਬਰਡਸ, ਤਾਂ ਬਰਡਸ ਦੇ ਓਰੀਜਨ ਕਿੱਥੋਂ ਹੋਇਆ? ਬਰਡਸ ਰੈਪਟਾਈਲ ਤੋਂ ਬਣੇ ਆ, ਕਿੱਥੋਂ ਬਣੇ ਆ? ਆਰਕਿਓਪਟੈਰਿਕਸ ਤੋਂ। ਤੇ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਜਿਹੜਾ ਬਰਡ ਦਾ ਓਰੀਜਨ ਹੋਇਆ ਆਰਕਿਓਪਟੈਰਿਕਸ, ਇਹ ਇੱਕ ਤਰ੍ਹਾਂ ਦਾ ਡਾਇਨਾਸੌਰ ਦੀ ਕੈਟਾਗਰੀ ਵਿੱਚ ਸੀ ਜੋ ਫਲਾਈ ਕਰ ਸਕਦੇ ਸੀ, ਉੱਡ ਸਕਦੇ ਸੀ। ਵੇ ਇਹਦੇ ਵਿੱਚ ਕਾਮਨ ਕਰੈਕਟਰ ਸੀਗੇ, ਕਾਮਨ ਕਰੈਕਟਰ ਸੀਗੇ ਰੈਪਟਾਈਲ ਵਾਲੇ ਵੀ ਔਰ ਕਿਹੜੇ ਵਾਲੇ, ਬਰਡਸ ਵਾਲੇ ਵੀ। ਤਾਂ ਕਾਮਨ ਕਰੈਕਟਰ ਹੋਣ ਕਰਕੇ ਇਸ ਤੋਂ ਅੱਗੇ ਐਵੋਲੂਸ਼ਨ ਹੋਈ ਔਰ ਅੱਗੇ ਨਿਊ ਸਪੀਸੀਜ਼ ਫਾਰਮ ਹੋਈ ਜਿਹਨੂੰ ਆਪਾਂ ਬਰਡ ਕਹਿੰਦੇ ਆ। ਨੈਕਸਟ ਹੈ ਆਪਣੇ ਕੋਲ ਓਰੀਜਨ ਆਫ ਮੈਮਲ ਐਂਡ देयर डोमिनेशन अपॉन अदर्स। मैमल ਦਾ ਜੋ ਓਰੀਜਨ ਹੈ ਜਾਂ ਇਵੋਲਵਡ ਹੋਏ ਆ ਉਹ ਵੀ ਕਿੱਥੋਂ ਹੋਏ ਆ? ਉਹ ਵੀ ਰੈਪਟਾਈਲ ਤੋਂ ਹੀ ਹੋਏ ਆ। ਮੈਮਲਸ ਆਲਸੋ ਓਰੀਜਿਨੇਟਡ ਫਰੋਮ ਰੈਪਟਾਈਲ, ਕਿਹੜੇ ਵਾਲਾ? ਥੀਰੋਪਸੀਡਾ। ਆਪਾਂ ਆਲਰੇਡੀ ਕਰਕੇ ਆਏ ਆ ਕਿ ਥੀਰੋਪਸੀਡਾ ਜਿਹੜਾ ਹੈ ਉੱਥੋਂ ਮੈਮਲ ਜਿਹੜੇ ਆ ਉਹ ਫਾਰਮ ਹੋਏ ਆ ਵਿਦ ਸੈਪਰੇਟ ਲਾਈਨ ਆਫ ਬਰਡਸ। ਥੀਰੋਪਸੀਡਾ ਤੋਂ ਕਿਹੜੇ ਵਾਲੇ? ਮੈਮਲ ਹੋਏ ਆ, ਔਰ ਬਰਡਸ ਜਿਹੜੇ ਆ ਉਹ ਆਰਕਿਓਪਟੈਰਿਸ ਤੋਂ ਹੋਏ ਹੋਏ। ਅਗਰ ਐਂਸੈਸਟਰ ਪੁੱਛ ਲੈਣ ਬਰਡਸ ਵਾਲੇ ਉਹ ਕਿਹੜੇ? ਆਰਕਿਓਪਟੈਰਿਸ। ਔਰ ਦੂਸਰੇ ਅਗਰ ਮੈਮਲ ਦੀ ਗੱਲ ਕਰਦੇ ਹਾਂ ਤਾਂ ਥੀਰੋਪਸੀਡਾ। ਇਹ ਹੈਗੇ ਇੱਕ ਤਰ੍ਹਾਂ ਦੇ ਰੈਪਟਾਈਲ ਹੀ ਸੀਗੇ, ਰੈਪਟਾਈਲਸ। ਇਹ ਵੀ ਕੀ ਆ? ਰੈਪਟਾਈਲਸ, ਰੈਪਟਾਈਲ ਹੀ ਹੈ। ਲੇਕਿਨ ਇਹਨਾਂ ਤੋਂ ਕੀ ਹੈ, ਇੱਕ ਅਲੱਗ ਜਦੋਂ ਐਵੋਲੂਸ਼ਨ ਹੋ ਰਹੀ ਸੀ ਤਾਂ ਐਵੋਲੂਸ਼ਨ ਵਾਲੇ ਜੇ ਆਰਕਿਓਪਟੈਰਿਕਸ ਨਾਮ ਦੇ ਜਿਹੜੇ ਜਾਂ ਇਦਾਂ ਦੇ ਜਿਹੜੇ ਕੈਟਾਗਰੀ ਦੇ ਵਿੱਚ ਆਉਂਦੇ ਸੀ ਰੈਪਟਾਈਲ, ਉਹਨਾਂ ਤੋਂ ਬਰਡ ਅੱਗੇ ਇਵੋਲਵ ਹੋ ਗਏ ਔਰ ਜਿਹੜੇ ਥੀਰੋਪਸੀਡਾ ਸੀ ਉੱਥੋਂ ਅੱਗੇ ਮੈਮਲ ਫਾਰਮ ਹੋ ਗਏ। ਔਰ ਫਸਟ ਮੈਮਲ ਜਿਹੜਾ ਸੀ ਪ੍ਰਾਈਮੇਟ ਲਾਈਕ ਸੀ, ਪ੍ਰਾਈਮੇਟ, ਔਰ ਕਿਹੜੇ ਵਾਲਾ ਸੀ? ਸਮਾਲ ਸਾਈਜ਼ਡ ਪ੍ਰਾਈਮੇਟ ਸੀ। ਪ੍ਰਾਈਮੇਟ ਜਿਹੜੇ ਆਪਾਂ ਕੈਟਾਗਰੀ ਕਹਿੰਦੇ ਆ ਤਾਂ ਪ੍ਰਾਈਮੇਟ ਦੇ ਵਿੱਚ ਜੋ ਮੰਕੀ ਵਗੈਰਾ ਆਉਂਦੇ ਆ ਉਹ ਪ੍ਰਾਈਮੇਟ ਵਿੱਚ ਹੀ ਆਉਂਦੇ ਆ। ਮੰਕੀਜ਼ ਕੈਟਾਗਰੀ ਦੇ ਜਿੰਨੇ ਵੀ ਆਪਾਂ ਗੱਲ ਕਰਦੇ, ਚਿਪੰਜੀ ਹੋ ਗਿਆ, ਇਹ ਸਾਰੇ ਪ੍ਰਾਈਮੇਟ ਹੀ ਹੈ, ਪ੍ਰਾਈਮੇਟ। ਔਰ ਜੋ ਸਭ ਤੋਂ ਪਹਿਲਾਂ ਫਾਰਮ ਹੋਇਆ ਸੀ ਸਮਾਲ ਸਾਈਜ਼ ਸੀਗਾ। ਉਹਨਾਂ ਦੇ ਜੋ ਫੋਸਿਲਸ ਤੋਂ ਪਤਾ ਚੱਲਿਆ, ਫੋਸਿਲਸ ਜਿਹੜੇ ਐਵੀਡੈਂਸ ਤੋਂ ਉਹਨਾਂ ਦੇ ਸਾਈਜ਼ ਦਾ ਪਤਾ ਚੱਲਿਆ। ਨੈਕਸਟ ਆਪਣੇ ਕੋਲ ਮੈਮਲ ਵਿਦ ਇੰਟਰਸਟ ਆਫ ਐਵੋਲੂਸ਼ਨ ਹਿਸਟਰੀ। ਤਾਂ ਹੋਰਸ, ਐਲੀਫੈਂਟ, ਡੌਗ ਵਿਦ ਸਪੈਸ਼ਲ ਸਟੋਰੀਜ਼ ਆਫ ਐਵੋਲੂਸ਼ਨ। ਆਪਾਂ ਹੋਰਸ ਦੀ ਐਵੋਲੂਸ਼ਨ ਥਿਊਰੀ ਕਰਕੇ ਆਏ ਹਾਂ, ਤਾਂ ਹਰੇਕ ਹੀ ਮੈਮਲ ਦੀ ਜਿਹੜੀ ਆ ਇੱਕ ਡਿਫਰੈਂਟ ਐਵੋਲੂਸ਼ਨ ਥਿਊਰੀ ਆ। ਆਪਾਂ ਹਿਊਮਨ ਦੀ ਕਰਾਂਗੇ ਇਸ ਚੈਪਟਰ ਦੇ ਲਾਸਟ ਵਿੱਚ, ਹਿਊਮਨ ਦੀ ਐਵੋਲੂਸ਼ਨ ਸਟੋਰੀ, ਹਿਊਮਨ ਕਿੱਦਾਂ ਅੱਗੇ ਅੱਜ ਦੇ ਮਾਡਰਨ ਮੈਨ ਤੱਕ ਪਹੁੰਚਿਆ ਇਵੋਲਵਡ ਹੋ ਕੇ। ਤਾਂ ਹਿਊਮਨ ਦੀ ਜਿਹੜੀ ਐਵੋਲੂਸ਼ਨ ਥਿਊਰੀ ਹੈ ਉਸ ਦੇ ਵਿੱਚ ਇੱਕ ਕੁਐਸਚਨ ਆਉਂਦਾ ਹੀ ਹੈ, ਹਰੇਕ ਵਾਰ ਆਉਂਦਾ, ਤਾਂ ਆਪਾਂ ਇਸ ਵਾਰੀ ਵੀ ਡਿਟੇਲ 'ਚ ਕਰਾਂਗੇ। ਮੋਸਟ ਸਕਸੈਸਫੁਲ ਸਟੋਰੀਜ਼ ਆਫ ਹਿਊਮਨ ਐਵੋਲੂਸ਼ਨ, ਲੈਂਗੁਏਜ ਸਕਿੱਲਸ ਐਂਡ ਸੈਲਫ ਕੌਨਸ਼ੀਅਸਨੈਸ। ਤਾਂ ਅਗਰ ਆਪਾਂ ਦੇਖਦੇ ਹਾਂ ਤਾਂ ਮੋਸਟ ਸਕਸੈਸਫੁਲ ਜਿਹੜੀ ਹਿਊਮਨ ਐਵੋਲੂਸ਼ਨ ਸਟੋਰੀ ਹੈ, ਤਾਂ ਇੱਕ ਆਪਣੇ ਵਿੱਚ ਲੈਂਗੁਏਜ ਸਕਿੱਲ ਬਿਲਡ ਹੋਣੀ ਆ, ਔਰ ਸੈਕਿੰਡ ਹੈ ਸੈਲਫ ਕੌਨਸ਼ੀਅਸਨੈਸ, ਕਿ ਆਪਾਂ ਨੂੰ ਹਰ ਇੱਕ ਚੀਜ਼ ਨੂੰ ਲੈ ਕੇ ਆਪਾਂ ਕੌਨਸ਼ੀਅਸ ਰਹਿੰਦੇ ਹਾਂ। ਆਪਣੇ ਖਤਰਾ ਆਪਣੇ ਪਾਸ ਹੈ, ਹਰ ਇੱਕ ਆਪਾਂ ਇਨਵਾਇਰਮੈਂਟ ਲੈ ਕੇ ਪੂਰਾ ਕੌਨਸ਼ੀਅਸਨੈਸ ਰਹਿੰਦੇ ਹਾਂ ਕਿ ਕਿੱਦਾਂ ਦੇ ਇਨਵਾਇਰਮੈਂਟ ਚੇਂਜਸ ਹੋ ਰਹੀਆਂ।
ਔਰ ਨੈਕਸਟ ਜੋ ਆਪਣੇ ਨੂੰ ਦੇ ਰੱਖਿਆ ਇੱਥੇ ਲੈਵਲ ਕਰਿਆ ਪੂਰਾ ਡਾਇਗਰਾਮ, ਐਵੋਲਿਊਸ਼ਨ ਦੇ ਰੱਖੀ ਆ ਕਿੱਦਾਂ ਕਿੱਦਾਂ ਕਿਹੜੇ ਵਾਲੇ ਪਲਾਂਟਸ ਇਵੋਲਵਡ ਹੋਏ ਆ, ਕਿੱਥੋਂ ਹੋਏ ਆ, ਕਿੱਦਾਂ ਹੋਏ ਆ। ਤਾਂ ਇੱਕ ਐਵੋਲਿਊਸ਼ਨਰੀ ਸਟਰਕਚਰ ਦੇ ਰੱਖੀ ਆਪਣੇ ਕੋਲ। ਸਭ ਤੋਂ ਪਹਿਲਾਂ ਕਲੋਰੋਫਾਈਟ, ਕਲੋਰੋਫਾਈਟ ਜਿਹਦੇ ਚ ਕਲੋਰੋਫਿਲ ਹੋਏਗੀ। ਕਲੋਰੋਫਾਈਟ ਤੋਂ ਕਿਹੜੇ ਵਾਲੇ ਬਣੇ ਆਪਣੇ ਕੋਲ, ਇੱਧਰ ਦੇਖੋ, ਕਲੋਰੋਫਾਈਟ ਤੋਂ ਬ੍ਰਾਇਓਫਾਈਟ। ਬ੍ਰਾਇਓਫਾਈਟ ਜਾਂ ਮੋਜ਼ਸ ਜਿਹੜੇ ਆ ਇਹ ਇੱਥੋਂ ਹੀ ਫਾਰਮ ਹੋਏ ਆ। ਤਾਂ ਇਹਨਾਂ ਦਾ ਕਾਰਨ ਕੀ ਹੈ, ਕਿਉਂਕਿ ਕਲੋਰੋਫਾਈਟ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਜ਼ਾਇਲਮ ਜਾਂ ਫਲੋਇਮ ਨਹੀਂ ਹੁੰਦੀ, ਜ਼ਾਇਲਮ ਜਾਂ ਫਲੋਇਮ ਨਹੀਂ ਹੈ, ਇਸ ਲਈ ਕਲੋਰੋਫਾਈਟ ਹੀ ਇਕੱਲੇ ਐਂਸੈਸਟਰ ਹੈਗੇ ਇਹਨਾਂ ਦੇ, ਸਿਰਫ ਕਲੋਰੋਫਿਲ ਹੋਏਗੀ। ਨੈਕਸਟ ਆ ਟ੍ਰੈਕੋਫਾਈਟ, ਟ੍ਰੈਕੋਫਾਈਟ ਕੀ ਹੈ ਜਿਹਦੇ ਵਿੱਚ ਅੱਗੇ ਟ੍ਰੈਕਿਡਸ ਆ ਚੁੱਕੇ ਆ। ਤੇ ਟ੍ਰੈਕਿਡਸ ਆਉਣਗੇ ਤਾਂ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਕਿਹੜੇ ਵਾਲੇ ਆ ਗਏ, ਨੈਕਸਟ ਵਾਲੇ ਆਪਣੇ ਕੋਲ ਆਗੇ ਆ। ਲੇਕਿਨ ਆਪਾਂ ਨੂੰ ਇੰਨਾ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ, ਸਿਰਫ ਇੱਥੇ ਤੁਸੀਂ ਦੇਖੋ ਕਿ ਜਿਹੜੇ ਐਂਜੀਓਸਪਰਮ, ਐਂਜੀਓਸਪਰਮ ਦੇ ਕਿਹੜੇ ਵਾਲੇ, ਐਂਜੀਓਸਪਰਮ ਕਿੱਥੋਂ ਫਾਰਮ ਹੋ ਰਿਹਾ ਐਂਡ ਜਿਮਨੋਸਪਰਮ ਕਿੱਥੋਂ ਫਾਰਮ ਹੋ ਰਿਹਾ। ਸਿਰਫ ਇੱਥੋਂ ਇੰਪੋਰਟੈਂਟ ਕੁਐਸਚਨ ਉੱਥੋਂ ਹੀ ਬਣ ਸਕਦਾ। ਤਾਂ ਜੋ ਐਂਜੀਓਸਪਰਮ ਤੇ ਜਿਹੜੀ ਐਵੋਲਿਊਸ਼ਨ ਹੋ ਰਹੀ ਹੈ ਉਹ ਕਿੱਥੋਂ ਹੋ ਰਹੀ ਹੈ, ਉਹ ਆਪਣੇ ਸੀਲੋਫਾਈਟਨ ਤੋਂ ਹੋਈ ਹੈ। ਸੀਲੋਫਾਈਟਨ ਤੋਂ ਆਇਆ। ਉਹ ਜਿਮਨੋਸਪਰਮ, ਫਿਰ ਸੀਡ ਫਰਨਸ। ਆ ਸੀਡ ਫਰਨਸ ਜਿਹੜੇ ਹੈਗੇ ਆ ਇਹ ਜਿਮਨੋ ਦੀ ਹੀ ਕੈਟੇਗਰੀ ਹੈ, ਜਿਮਨੋਸਪਰਮ। ਨੈਕਸਟ ਆਪਣੇ ਕੋਲ ਦੇ ਰੱਖਿਆ ਸਾਈਕੇਟ। ਦੂਸਰੀ ਸਾਈਡ ਅਗਰ ਆਪਾਂ ਦੇਖਦੇ ਹਾਂ ਤਾਂ ਆਪਣੇ ਕੋਲ ਕਿਹੜੇ ਵਾਲਾ ਆ ਗਿਆ, ਐਂਜੀਓਸਪਰਮ ਜਿਹੜੇ ਫਲਾਵਰਿੰਗ ਪਲਾਂਟ, ਡਾਈਕੋਟਿਲੇਡਨ ਐਂਡ ਮੋਨੋਕੋਟਿਲੇਡਨ। ਇਹ ਦੋਨੋਂ ਡਾਈਕੋਟਿਲੇਡਨ ਤੇ ਮੋਨੋਕੋਟਿਲੇਡਨ ਇਹ ਐਂਜੀਓਸਪਰਮ ਦੀ ਹੀ ਕੈਟੇਗਰੀ ਹੈ। ਦੇਖੋ ਫਲਾਵਰ ਬਣੇ ਹੋਏ ਆ, ਫਲਾਵਰ ਜਿਹੜੇ ਵੀ ਆਪਾਂ ਨੂੰ ਪਲਾਂਟ ਦੇ ਦੇਖਣ ਨੂੰ ਮਿਲਣ ਉਹ ਕਿਹੜੇ ਵਾਲੇ ਹੋਣਗੇ, ਐਂਜੀਓਸਪਰਮ ਹੋਣਗੇ। ਫਲਾਵਰਿੰਗ ਪਲਾਂਟ ਜਿੰਨੇ ਵੀ ਹੁੰਦੇ ਉਹ ਐਂਜੀਓਸਪਰਮ ਹੀ ਹੁੰਦੇ ਆ। ਤੇ ਜਿਨ੍ਹਾਂ ਦੇ ਨੇਕਡ ਸੀਡ ਹੋਣਗੇ, ਜਿੱਦਾਂ ਸਾਈਕੇਡ ਹੈ, ਸਾਈਕੇਡ ਇੱਕ ਤਰ੍ਹਾਂ ਦਾ ਏਦਾਂ ਦਾ ਪਲਾਂਟ ਹੈ ਜਿਹਦੇ ਜਿਹੜੇ ਸੀਡ ਹੋਣਗੇ ਉਹ ਨੇਕਡ ਸੀਡ ਹੋਣਗੇ, ਨੇਕਡ ਸੀਡ। ਤੇ ਨੇਕਡ ਸੀਡ ਵਾਲੇ ਜਿਹੜੇ ਪਲਾਂਟ ਹੁੰਦੇ ਆ ਜਿਨ੍ਹਾਂ ਦੇ ਸੀਡ ਵਿਦਾਊਟ ਫਲਾਵਰਿੰਗ ਹੋਣ, ਨੇਕਡ ਸੀਡ produced without flower। ਤੇ ਜਿਹੜੇ ਵਿਦਾਊਟ ਫਲਾਵਰ ਪ੍ਰੋਡਿਊਸ ਹੋ ਰਹੇ ਆ ਤਾਂ ਉਹ ਵਾਲੇ ਕਿਹੜੇ ਵਾਲੇ ਹੁੰਦੇ ਆ, ਉਹ ਜਿਮਨੋਸਪਰਮ ਹੁੰਦੇ। ਜਿਮਨੋਸਪਰਮ, ਸਾਈਕੇਟ ਜਿਹੜੀ ਆ ਇਹ ਐਗਜ਼ਾਮਪਲ ਜਿਮਨੋਸਪਰਮ ਦੀ ਹੀ ਦੇ ਰੱਖੀ ਹੈ, ਸਾਈਕੇਟ। ਔਰ ਸਾਈਕੇਟ ਤੇ ਆਪਾਂ ਆ ਦੇਖੋ ਸਾਈਕੇਟ ਟ੍ਰੀ ਤਰ੍ਹਾਂ ਦਾ। ਔਰ ਗਨਨ ਟੇਲਸ ਜਿਹੜੇ ਦੇ ਰੱਖੇ ਆਪਣੇ ਕੋ, ਗਨਨ ਟੇਲਸ, ਸੀਲੋਫਾਈਟਨ ਕਿਤੇ ਆ, ਸੀਲੋਫਾਈਟਨ ਇੱਕ ਤਰ੍ਹਾਂ ਜਿਮਨੋਸ। ਕੋਨੀਫੇਰਸ ਇਹ ਵੀ ਕਿਤੇ ਚਾਹੁੰਦੇ ਆ, ਇਹ ਵੀ ਜਿਮਨੋ ਦੇ ਵਿੱਚ ਹੀ ਆ ਰਿਹਾ ਹੈ। ਕੋਨੀਫੇਰਸ ਆਪਾਂ ਨੂੰ ਦੇਖਣ ਨੂੰ ਕਿੱਥੇ ਮਿਲਣਗੇ, ਮਾਊਂਟਨਸ ਰੀਜਨ ਦੇ ਉੱਪਰ ਦੇਖਣ ਨੂੰ ਮਿਲਦੇ ਆ, ਜੋ ਇੱਕ ਕੋਨ ਲਾਈਕ ਸ਼ੇਪ ਦੇਖੋ ਤੇ ਉੱਪਰ ਇਹਨਾਂ ਦੇ ਜੋ ਸਨੋਫਾਲ ਹੁੰਦੀ ਆ ਉਹ ਇਹਨਾਂ ਦੇ ਉੱਪਰ ਟਿਕ ਨਾ ਪਾਏ, ਟਰੈਪ ਨਾ ਹੋ ਪਾਏ, ਨੀਚੇ ਸਾਰੇ ਹੀ ਗਿਰਦੀ ਜਾਏ। ਤੇ ਜਿਹੜੇ ਆਪਣੇ ਆ ਦੇ ਰੱਖੇ ਆ ਇਹ ਕੋਨੀਫੇਰਸ, ਇਹ ਜਿਮਨੋ ਦੀ ਹੀ ਇੱਕ, ਇਹ ਵੀ ਜਿਮਨੋ ਦੀ ਇੱਕ ਆਪਾਂ ਕਹਿ ਸਕਦੇ ਹਾਂ ਗਰੁੱਪ ਦੇ ਵਿੱਚ ਹੀ ਆਉਂਦਾ ਹੈ ਕੋਨੀਫੇਰਸ। ਔਰ ਗਨਨ ਟੇਲਸ ਜਿਹੜੇ ਆ, ਗਨਨ ਟੇਲਸ ਇੱਕ ਤਰ੍ਹਾਂ ਦਾ ਲਿੰਕ ਹੈ ਬਿਟਵੀਨ ਜਿਮਨੋਸਪਰਮ ਐਂਡ ਐਂਜੀਓਸਪਰਮ ਦੇ ਵਿੱਚ। ਇਹ ਲਿੰਕ ਹੈ ਕਿਹਦੇ ਵਿੱਚ, ਫਲਾਵਰਿੰਗ ਪਲਾਂਟ ਐਂਡ ਨੇਕਡ ਸੀਡ ਵਾਲੇ ਪਲਾਂਟ ਦੇ ਵਿਚਕਾਰ। ਜਿਮਨੋਸਪਰਮ, फिर की आएगा बच्चे, गनन टेल्स, इंपॉर्टेंट क्वेश्चन है। फिर एंजियोस्पर्म, एंजियोस्पर्म जो लिंक है जिम्नोस्पर्म एंड एंजियोस्पर्म ਦੇ ਵਿੱਚ ਉਹ ਲਿੰਕ ਕੌਣ ਦੇ ਰਿਹਾ ਵਿੱਚ, ਗਨਨ ਟੇਲਸ। ਇੰਪੋਰਟੈਂਟ ਕੁਐਸਚਨ ਹੈ, ਆ ਜਾਂਦਾ ਹੁੰਦਾ, ਆਇਆ ਵੀ ਹੋਇਆ ਬਹੁਤ ਵਾਰੀ ਮਾਸਟਰ ਕੈਡਰ ਲੈਕਚਰਰ ਕੈਡਰ ਵਿੱਚ ਵੀ। ਗਨਨ ਟੇਲਸ ਕੀ ਹੈ, ਇੱਕ ਤਰ੍ਹਾਂ ਦਾ ਲਿੰਕ ਹੈ ਕਿਹਦੇ ਵਿੱਚ, ਜਿਮਨੋਸਪਰਮ ਐਂਡ ਐਂਜੀਓਸਪਰਮ ਦੇ ਵਿੱਚ। ਜਿਮਨੋ ਦੇ ਵਿੱਚ ਹੋਰ ਕੱਲੇ ਫਲਾਵਰਿੰਗ ਤੋਂ ਇਲਾਵਾ
ਜੋ ਜ਼ਾइलम ਹੈ ਐਂਡ ਫਲੋएम ਉਸ ਦੀ ਸਟਰਕਚਰ ਦੇ ਵਿੱਚ ਵੀ ਡਿਫਰੈਂਸ ਹੁੰਦਾ ਗਾ। ਉਸ ਦੇ ਵਿੱਚ ਪੂਰੀ ਤਰ੍ਹਾਂ ਡਿਵੈਲਪ ਜਿਹੜੀ ਵੈਸਲ ਹੁੰਦੀਆਂ ਉਹ ਪੂਰੀ ਤਰ੍ਹਾਂ ਨਹੀਂ ਹੁੰਦੀਆਂ ਜਿਮਨੋ ਦੇ ਵਿੱਚ। ਜਿਮਨੋ ਦੇ ਵਿੱਚ ਜ਼ਾइलम ਵੈਸਲ ਐਂਡ ਫਲੋएम ਉਹ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦੀਆਂ, ਕੁਝ ਉਹਨਾਂ ਦੇ ਵਿੱਚ ਐਲੀਮੈਂਟਸ ਦੀ ਕਮੀ ਹੁੰਦੀ ਹੈ। ਕੁਝ ਅਜਿਹੇ ਫੈਕਟਰ ਹੋਣਗੇ ਜਿਹੜੇ ਜਿਮਨੋ ਦੇ ਵਿੱਚ ਨਹੀਂ, ਲੇਕਿਨ ਐਂਜੀਓਸਪਰਮ ਉਸ ਤੋਂ ਨੈਕਸਟ ਲੈਵਲ ਦਾ ਡਿਵੈਲਪਡ ਪਲਾਂਟ ਹੈ, ਤੇ ਇਸ ਲਈ ਐਂਜੀਓਸਪਰਮ ਦੇ ਵਿੱਚ ਜ਼ਾइलम ਤੇ ਵੈਸਲ ਪੂਰੀ ਤਰ੍ਹਾਂ ਫੁੱਲੀ ਡਿਵੈਲਪ ਹੁੰਦੀਆਂ। ਤਾਂ ਇਹ ਵੀ ਇੱਕ ਫੀਚਰ ਰਹਿੰਦਾ। ਲੇਕਿਨ ਟੇਲਸ ਦੇ ਵਿੱਚ ਕੀ ਆ ਕਿ ਜੋ ਐਂਜੀਓਸਪਰਮ ਵਾਲੇ ਹੈ ਜ਼ਾइलम ਤੇ ਫਲੋएम ਵਾਲੇ ਉਹ ਫੈਕਟਰ ਆ ਜਾਂਦੇ ਆ। ਔਰਗੇਨਿਨ ਟੇਲਸ ਦੇ ਵਿੱਚ ਜਿਮਨੋ ਐਂਡ ਐਂਜੀਓਸਪਰਮ ਵਾਲੇ ਦੋਨੋਂ ਹੀ ਕਰੈਕਟਰਿਸਟਿਕਸ ਹੁੰਦੀਆਂ, ਤੇ ਇਸ ਲਈ ਆਪਾਂ ਕੀ ਕਹਿੰਦੇ ਇਹਨਾਂ ਨੂੰ ਅਨਾਟੋਮਿਕਲੀ ਅਗਰ ਦੇਖਦੇ ਹਾਂ, ਅਨਾਟੋਮਿਕਲੀ ਫੀਚਰ ਜਿਹੜੇ ਹੈਗੇ ਆ ਗਿਨਿਨ ਟੇਲਸ ਦੇ ਜਿਮਨੋ ਤੇ ਐਂਜੀਓ ਦੇ ਨਾਲ ਕਾਮਨ ਆਉਂਦੇ ਆ। ਤਾਂ ਇਸ ਲਈ ਇਹ ਲਿੰਕ ਦੋਨੋਂ ਦੇ ਵਿਚਕਾਰ ਰਹਿ ਜਾਂਦਾ। ਜਿਮਨੋ ਦੇ ਵਿੱਚ ਨੇਕਡ ਸੀਡ ਹੋਣਗੇ ਤਾਂ ਐਂਜੀਓ ਦੇ ਵਿੱਚ ਕੀ ਹੋਣਗੇ, ਫਲਾਵਰ ਹੋਣਗੇ। ਫਲਾਵਰ ਜਿੰਨੇ ਫਲਾਵਰਿੰਗ ਪਲਾਂਟ ਹੋਣਗੇ ਉਹ ਕਿਹਦੇ ਚ ਆਣਗੇ, ਐਂਜੀਓਸਪਰਮ। ਤਾਂ ਸਿਲੋਫਾਈਟਨ ਜਿਹੜੇ ਆ ਇਹ ਐਂਜੀਓਸਪਰਮ ਔਰ ਜਿਮਨੋਸਪਰਮ ਦੋਨੋਂ ਦਾ ਕੀ ਹੈਗਾ, ਕਾਮਨ ਐਂਸੈਸਟਰ ਹੈ ਸਿਲੋਫਾਈਟ। क्लियर है? तो नेक्स्ट है एविडेंस फ्रॉम मोर्फोलॉजिकली अनाटॉमी। मोर्फोलॉजी एंड अनाटॉमी अगर आप देखते तो होमोलॉगी ते एनालॉगी दो टाइप्स ਦੇ ਆਪਾਂ ਨੂੰ ਸਿਮਿਲੈਰਿਟੀਜ਼ ਮਿਲਦੀਆਂ। होमोलॉगी एंड एनालॉगी। ਹੋਮੋਲੌਗੀ ਦੇ ਵਿੱਚ ਕੀ ਆ ਕਿ ਕਿਸੇ ਵੀ ਆਰਗਨ ਤੇ ਜਿਹੜੇ ਆਰਗਨ ਦੀ ਜਿਹੜੀ ਡਿਵੈਲਪਮੈਂਟ ਹੈ ਉਹਦਾ origin ਸੇਮ ਰਹੇਗਾ। organ ਰੀਜਨ ਸੇਮ। ਆਰਗਨ ਦੇ ਵਿੱਚ ਕੀ ਆ, ਆਰਗਨ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਡਿਫਰੈਂਟ ਸਪੇਸਿਸ ਦੇ ਵਿੱਚ, ਨਾਟ ਇਨ ਅ ਸਿੰਗਲ, ਡਿਫਰੈਂਟ ਸਪੇਸਿਸ ਦੇ ਵਿੱਚ ਜਿਹੜੀ ਆਰਗਨ ਸੇਮ ਇਨ ਡਿਫਰੈਂਟ ਸਪੇਸਿਸ ਦੇ ਵਿੱਚ ਜਿਹੜੇ ਆਰਗਨ ਡਿਵੈਲਪਮੈਂਟ ਰੀਜਨ ਹੈ ਉਹ ਸੇਮ ਹੋਏਗਾ, ਲੇਕਿਨ ਉਹਨਾਂ ਦੇ ਵਰਕ ਜਿਹੜੇ ਹੋਣਗੇ, ਉਹਨਾਂ ਦੇ ਪਰਪਸ, ਉਹਨਾਂ ਦੇ ਯੂਜ਼ਸ ਜਿਹੜੀਆਂ ਹੈਗੀਆਂ ਉਹ ਡਿਫਰੈਂਟ ਹੋਣਗੀਆਂ। ਤਾਂ ਉਹ ਕਿਹੜੇ ਵਾਲੇ ਹੋਣਗੇ, ਡਿਫਰੈਂਟ ਵੀ ਹੋ ਸਕਦੇ ਯੂਜ਼ਸ ਉਹਨਾਂ ਆਰਗਨ ਤੇ, ਔਰ ਸਿਮਿਲਰ ਵੀ ਹੋ ਸਕਦੇ, ਤਾਂ ਉਸ ਨੂੰ ਆਪਾਂ ਕਹਾਂਗੇ ਹੋਮੋਲੋਗਸ ਆਰਗਨ। ਹੋਮੋਲੋਗਸ ਆਰਗਨ ਕਿਹੜੇ ਵਾਲੇ ਆ, ਜਿਹਨਾਂ ਡਿਵੈਲਪਮੈਂਟ ਸੇਮ ਰੀਜਨ ਤੋਂ ਹੋਈ ਹੈ ਲੇਕਿਨ ਉਹਨਾਂ ਦੇ ਜਿਹੜੇ ਡਿਫਰੈਂਟ ਸਪੇਸਿਸ ਦੇ ਵਿੱਚ, ਲੇਕਿਨ ਉਹਨਾਂ ਦੇ ਵਰਕ ਜਿਹੜੇ ਆ ਉਹ ਸੇਮ ਵੀ ਹੋ ਸਕਦੇ ਔਰ ਡਿਫਰੈਂਟ ਵੀ ਹੋ ਸਕਦੇ ਆ। ਤਾਂ ਉੱਦਾਂ ਦੇ ਆਰਗਨ ਆਪਾਂ ਕਹਿੰਦੇ ਆ ਹੋਮੋਲੋਗਸ ਆਰਗਨ, ਔਰ ਉਹਨਾਂ ਦੇ ਸਟੱਡੀ ਨੂੰ ਕਹਿੰਦੇ ਆ ਹੋਮੋਲੋਜੀ। ਤਾਂ ਇੱਦਾਂ ਹੀ ਐਮਬ੍ਰਿਓਨਿਕ ਸਟੇਜ ਤੋਂ ਡਿਵੈਲਪਮੈਂਟ ਆਪਾਂ ਜਿੱਦਾਂ ਕਹਿੰਦੇ ਐਮਬ੍ਰਿਓਨਿਕ ਲੇਅਰ ਆਪਣੇ ਅੰਦਰ 3 ਲੇਅਰ ਹੁੰਦੀਆਂ, ਕਿਹੜੇ ਵਾਲੇ ਲੇਅਰ ਤੋਂ ਕਿਹੜੇ ਵਾਲੇ ਆਰਗਨ ਨੇ ਫਾਰਮ ਹੋਣਾ, ਤਾਂ ਉੱਦਾਂ ਹੀ ਦੂਸਰੇ ਆਰਗਨਸ ਦੇ ਵਿੱਚ ਵੀ ਇਹ ਸਿਮਿਲਰ ਡਿਵੈਲਪਮੈਂਟ ਹੁੰਦੀਆਂ। ਤਾਂ ਉਹਨਾਂ ਦੇ ਕਿਹੜੇ ਵਾਲੇ ਰੀਜਨ ਤੋਂ ਕਿਹੜੇ ਵਾਲਾ ਆਰਗਨ ਡਿਵੈਲਪ ਹੋ ਰਿਹਾ, ਸਿਮਿਲਰ ਹਿਊਮਨ ਵਿੱਚ ਵੀ ਉਹੀ ਆਰਗਨ ਜਿਹੜਾ ਕਿਹੜੇ ਵਾਲੇ ਲੇਅਰ ਤੋਂ ਡਿਵੈਲਪ ਹੋਇਆ, ਤਾਂ ਉਹਨਾਂ ਦੇ ਜੋ ਵਰਕ ਹੈ ਉਹ ਡਿਫਰੈਂਟ ਰਹਿਣਗੇ। ਤਾਂ ਇਹੋ ਜਿਹੇ ਜਿਹੜੇ ਆਪਾਂ ਆਰਗਨ ਕਹਾਂਗੇ ਜਿਨ੍ਹਾਂ ਦੀ ਜਿਹੜੀ ਓਰੀਜਨ ਹੈ ਉਹ ਜਿਹੜੇ ਐਮਬ੍ਰਿਓਨਿਕ ਲੇਅਰਸ ਹੈਗੀਆਂ, ਜਰਮੀਨਲ ਲੇਅਰ ਉੱਥੋਂ ਤਾਂ ਸੇਮ ਹੋ ਰਿਹਾ, ਸੇਮ ਰੀਜਨ ਤੋਂ ਹੋ ਰਿਹਾ, ਲੇਕਿਨ ਉਹਨਾਂ ਦੇ ਪਰਪਸ ਜਿਹੜੇ ਆ ਉਹ ਡਿਫਰੈਂਟ ਹੈ। ਤਾਂ ਉਹੋ ਜਿਹੇ ਜਿਹੜੇ ਆਰਗਨ ਹੁੰਦੇ ਹੋਮੋਲੋਗਸ। ਤਾਂ ਇੱਥੇ ਐਗਜ਼ਾਮਪਲ ਦੇ ਰੱਖੀ ਆਪਣੇ ਕੋਲ ਫੋਰਲਿੰਬ ਆਫ ਮੈਮਲ। ਫੋਰਲਿੰਬ ਜਿੱਦਾਂ ਵੇਲ ਹੈ, ਬੈਟਸ, ਚੀਤਾ ਐਂਡ ਹਿਊਮਨ, ਇਹਨਾਂ ਤੇ ਆਪਣੇ ਕੋਲ ਦੇਖੋ ਫੋਰਲਿੰਬ ਦੇ ਵਿੱਚ ਸਿਮਿਲੈਰਿਟੀ ਮਿਲਦੀ ਹੈ ਸਾਰੀ। ਆ ਚੀਤਾ ਦੀ ਜਿਹੜੀ ਆ ਫੁੱਟ ਰਨਿੰਗ, ਨੈਕਸਟ ਵੇਲ ਦੇ ਜਿਹੜੇ ਫਿਨ ਫਲੈਪਰ ਸਵਿਮ, ਬੈਟ ਦੇ ਜਿਹੜੇ ਵਿੰਗ ਪਏ ਹੋਏ ਫਲਾਈਂਗ ਵਿੰਗ, ਤੇ ਸਾਰੇ ਦੇਖੋ ਇਹਨਾਂ ਦੇ ਫੰਕਸ਼ਨ ਕੀ ਹੈਗੇ ਆ, ਫੰਕਸ਼ਨ ਡਿਫਰੈਂਟ ਹੈਗੇ ਆ। ਅਪੀਅਰੈਂਸ ਫੰਕਸ਼ਨ ਕਿਵੇਂ ਦੇ ਆ ਦੇਖੋ, ਹਿਊਮਨ ਹੈਂਡ ਹੋਲਡਿੰਗ, ਫੁੱਟ ਰਨਿੰਗ, ਇਹ ਸਾਰਿਆਂ ਦੇ ਜਿਹੜੇ ਓਰੀਜਨ ਹੈਗਾ, ਓਰੀਜਨ ਆਫ ਡਿਵੈਲਪਮੈਂਟ।
ਜਿੱਥੇ ਡਿਵੈਲਪਡ ਹੋਏ ਆ ਉਹ ਕਿਹੜੇ ਵਾਲੇ ਆ, ਉਹ ਰੀਜਨ ਸੇਮ ਹੈ ਲੇਕਿਨ ਇਹਨਾਂ ਦੇ ਜਿਹੜੇ ਕੰਮ ਹੈਗੇ ਉਹ ਡਿਫਰੈਂਟ ਹੈ। ਤਾਂ ਇਹੋ ਜਿਹੇ ਜਿਹੜੇ organ ਹੋਣਗੇ ਆਪਾਂ ਕੀ ਕਹਿ ਦਿਆਂਗੇ ਉਹਨਾਂ ਨੂੰ ਹੋਮੋਲੋਗਸ organ। whales, bat, cheetah and human share similarity in a pattern of bones for forelimbs, though these forelimbs perform a different function। ਤੇ ਲੇਕਿਨ ਇਹ ਫੰਕਸ਼ਨ ਕਿਹੜੇ ਵਾਲੇ ਕਰ ਰਹੇ, ਡਿਫਰੈਂਟ ਕਰ ਰਹੇ। in these animals forelimbs have a similar anatomical structure। anatomical structure ਕੀ ਉਹਨਾਂ ਦੀ ਸੇਮ ਹੈ। ਦੇਖੋ ਉਦਾਂ ਹੀ ਉਲਨਾ ਰੇਡੀਅਸ ਸਭ ਕੁਝ ਆ ਰਿਹਾ। all of them have a humerus। humerus ਦੇਖੋ ਉੱਪਰ ਵਾਲਾ ਪੋਰਸ਼ਨ ਹੋ ਗਿਆ, ਸਾਰਿਆਂ ਦੇ ਵਿੱਚ humerus ਆ ਰਿਹਾ। ਔਰ ਨੈਕਸਟ ਕੀ ਹੈ, radius, ulna, carpals, metacarpals and phalanges देयर forelimbs। ਤੇ ਸਾਰਿਆਂ ਦੇ ਵਿੱਚ ਦੇਖੋ ਆਲੀ ਚੀਜ਼ਾਂ ਨੈਕਸਟ ਜਿਹੜੀਆਂ ਫਲੰਜਿਸ ਆਪਣੇ ਕੋਲ ਆ ਰਹੀਆਂ, ਉਸ ਤੋਂ ਉੱਪਰ ਵਾਲੀ ਜਿਹੜੇ ਆਲੀਆਂ ਹਿਊਮਨਸ ਦੇ ਹੈਂਡ ਦੇ ਜਿਹੜੇ ਪਾਮ ਹੁੰਦੀ ਉਹਦੇ ਚ ਕਿਹੜੀ ਵਾਲੀਆਂ ਆ ਗਈਆਂ ਆਪਣੇ ਕੋਲ ਮੈਟਾਕਾਰਪਲਸ। ਉਸ ਤੋਂ ਉੱਪਰ ਕਿਹੜੀ ਵਾਲੀ ਹੁੰਦੀਆਂ, ਰਿਸਟ ਵਾਲੀਆਂ ਕਾਰਪਲਸ ਹੋ ਗਈਆਂ। ਤੇ ਸਾਰੀਆਂ ਉੱਪਰ ਰੇਡੀਅਸ ਦੂਸਰੇ ਵਾਲੀ ਉਲਨਾ ਹੋ ਗਈ। ਤੇ ਐਵੇਂ ਹੀ ਸਾਰਿਆਂ ਦੀ ਜਿਹੜੀ ਐਨਾਟੋਮਿਕਲ ਸਟਰਕਚਰ ਦੇਖੋ ਸਿਮਿਲਰ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇਹਨਾਂ ਦਾ origin ਸੇਮ ਹੋਇਆ ਲੇਕਿਨ ਇਹਨਾਂ ਦੇ ਜਿਹੜੇ ਕੰਮ ਹੈਗੇ ਉਹ ਡਿਫਰੈਂਟ ਹੈ। ਤੇ ਐਵੇਂ ਸੈਕਿੰਡ ਐਗਜ਼ਾਮਪਲ ਦੇ ਰੱਖੀ ਆ, ਥੋਰਨ ਆਫ ਬੈਂਗਨਵਿਲੀਆ ਐਂਡ ਟੈਂਡਰਿਲ ਆਫ ਕੁਕਰਬਿਟਾ। ਤੇ ਇਹਨਾਂ ਦੇ ਵਿੱਚ ਜਿਹੜੇ ਥੋਰਨ ਹੈਗੇ ਆ ਬੈਂਗਨਵਿਲੀਆ ਦੇ ਵਿੱਚ ਐਂਡ ਟੈਂਡਰਿਲ ਜਿਹੜੇ ਕੁਕਰਬਿਟਾ ਦੇ ਵਿੱਚ ਆ, ਉਹ ਐਕਸਲੀ ਬਰਡ ਤੋਂ ਫਾਰਮ ਹੋ ਰਹੇ ਦੋਨੋਂ ਦਾ origin ਕਿਹੜੇ ਵਾਲਾ ਐਕਸਲੀ ਬਰਡ। ਲੇਕਿਨ ਦੋਨੋਂ ਦਾ ਕੰਮ ਕੀ ਹੈ, ਇੱਕ ਤਾਂ ਜਿਹੜੇ ਹਰਬੀਵੋਰਸ ਥੋਰਨ ਦਾ ਕੰਮ ਕੀ ਹੁੰਦਾ ਕਿ ਹਰਬੀਵੋਰਸ ਤੋਂ ਬਚਾਉਣਾ ਪਲਾਂਟਸ ਨੂੰ, ਔਰ ਟੈਂਡਰਿਲਸ ਦਾ ਕੰਮ ਕੀ ਹੁੰਦਾ ਗ੍ਰਿਪ ਬਣਾਉਣਾ ਕਿਸੇ ਨੈਕਸਟ। ਜਿਵੇਂ ਇਹ ਆਪਣੇ ਆਪ ਜਿਹੜੇ ਕਲਿੰਬਰਸ ਹੁੰਦੇ ਕੁਕਰਬਿਟਾ ਕਲਿੰਬਰ ਹੁੰਦੇ ਆ, ਜਾਂ ਇਹ ਟੈਂਡਰਿਲਸ ਦਾ ਕੰਮ ਕਰੇਗਾ ਉਸ ਨੂੰ ਹੋਲਡ ਕਰਨ ਦੀ, ਅੱਗੇ ਜਿਸ ਸਾਈਡ ਉਸ ਆਪਾਂ ਗੱਲ ਕਰਦੇ ਕੁਕਰਬਿਟਾ ਦੇ ਜੋ ਵੀ ਪਲਾਂਟ ਹੋਏਗਾ ਉਹ ਇੱਕ ਸਪੋਰਟ ਲੈਣ ਲਈ ਟੈਂਡਰਿਲਸ ਕੀ ਕਰੇਗਾ, ਇੱਕ ਨੈਕਸਟ ਕਿਸੇ ਪਲਾਂਟ ਦੇ ਸਪੋਰਟ ਲੈ ਕੇ ਉੱਪਰ ਦੀ ਔਰ ਪਲਾਂਟ ਚੱਲਦਾ ਜਾਏਗਾ, ਗਰੋਥ ਕਰਦਾ ਜਾਏਗਾ। ਤਾਂ ਟੈਂਡਰਿਲਸ ਜਿਹੜੇ ਹੋਣਗੇ ਉਹ ਵੀ ਐਕਸਲੀ ਬਰਡ ਤੋਂ ਬਣੇ ਆ। ਬੈਂਗਨਵਿਲੀਆ ਦੇ ਵਿੱਚ ਥੋਰਨ ਜਿਹੜੇ ਹੈਗੇ ਆ ਉਹ ਵੀ ਐਕਸਲੀ ਬਰਡ ਤੋਂ ਬਣਦੇ ਆ। ਦੋਨੋਂ ਦਾ origin ਸੇਮ ਹੈ ਬਟ ਇਹਨਾਂ ਦੋਨੋਂ ਦਾ ਜਿਹੜਾ ਕੰਮ ਹੈਗਾ ਉਹ ਕੀ ਹੈ, ਡਿਫਰੈਂਟ ਹੈ। origin ਸੇਮ, ਕੰਮ ਜਾਂ ਫੰਕਸ਼ਨ ਉਹਨਾਂ ਦੇ ਡਿਫਰੈਂਟ ਹੋਣਗੇ ਤਾਂ ਉਹ ਕਿਹੜੇ ਵਾਲੇ ਹੋਣਗੇ, ਹੋਮੋਲੋਗਸ। ਏਦਾਂ ਹੀ ਵਰਟੇਬ੍ਰੇਟ, ਹਾਰਟ ਐਂਡ ਬ੍ਰੇਨ, ਵਿਸਰਲ organ, ਮਾਊਥ ਪਾਰਟ ਆਫ ਇਨਸੈਕਟ ਦੇ ਜਿਹੜੇ ਕੋਕਰੋਚ ਹੈਗੇ ਆ ਬਾਈਟਿੰਗ ਐਂਡ ਚੋਵਿੰਗ ਦਾ ਕੰਮ ਕਰਦੇ ਆ, ਹਨੀ ਬੀਜ਼ ਦਾ ਚਾਵਿੰਗ ਐਂਡ ਲੈਪਿੰਗ ਦਾ ਕੰਮ ਕਰਦੇ, ਮੋਸਕੀਟੋ ਦਾ piercing ਐਂਡ ਸਕਿੰਗ ਦਾ ਕੰਮ ਕਰਦੇ। ਦੇਖੋ ਮਾਊਥ ਤਾਂ ਹੈ ਉਹਨਾਂ ਦਾ origin ਸੇਮ ਹੈ ਬਟ ਉਹਨਾਂ ਦੇ ਕੰਮ ਜਿਹੜੇ ਹੈਗੇ ਉਹ ਕੀ ਹੈ, ਡਿਫਰੈਂਟ ਹੈ। ਸਿਮਿਲਰ ਵੀ ਹੈ ਔਰ ਡਿਫਰੈਂਟ ਵੀ ਆ ਰਹੇ ਆ। ਤੇ ਨੈਕਸਟ ਟੈਸਟਿਸ ਇਨ ਮੇਲ ਐਂਡ ਓਵਰੀਜ ਇਨ ਫੀਮੇਲ, ਉਹਨਾਂ ਦਾ origin ਸੇਮ ਬਟ ਜਿਹੜਾ ਉਹਨਾਂ ਦਾ ਕੰਮ ਹੈ ਉਹ ਡਿਫਰੈਂਟ ਹੈ। ਪੋਟੈਟੋ ਐਂਡ ਜਿੰਜਰ ਬੋਥ ਆਰ ਮੋਡੀਫਾਈਡ ਸ਼ੂਟ, ਦੋਨੋਂ ਦੇ ਦੋਨੋਂ ਕੀ ਹੈਗੇ ਮੋਡੀਫਾਈਡ ਸ਼ੂਟ ਆ ਔਰ ਇਹਨਾਂ ਦੋਨੋਂ ਦਾ ਹੀ ਕੰਮ ਡਿਫਰੈਂਟ ਹੈ। ਰੈਡਿਸ਼ ਐਂਡ ਕੈਰਟ ਬੋਥ ਆਰ ਮੋਡੀਫਾਈਡ ਰੂਟ, ਇਹ ਸਾਰੇ ਕਿਹਦੇ ਐਗਜ਼ਾਮਪਲ ਹੈਗੇ ਆ, ਇਹ ਆਪਣੇ ਕੋਲ ਹੋਮੋਲੋਗਸ organ ਦੀ। ਹੋਮੋਲੋਗਸ ਦੇ ਵਿੱਚ ਇਹ ਪਲਾਂਟਸ ਦੇ ਵਿੱਚ ਆ ਗਏ ਰੈਡਿਸ਼ ਤੇ ਕੈਰਟ। ਨੈਕਸਟ ਹੈ ਮੋਲੀਕਿਊਲਰ ਹੋਮੋਲੋਜੀ। molecular homology found at molecular level, for example plasma protein found in a blood of man and of apis are similar। ਦੇਖੋ ਪਲਾਜ਼ਮਾ ਪ੍ਰੋਟੀਨ ਜਿਹੜੀ ਐਪਿਸ ਦੇ ਵਿੱਚ ਕਿਹੜੇ ਵਾਲੇ ਆਣਗੇ ਆਪਣੇ ਕੋਲ, ਐਪਸ ਦੇ ਵਿੱਚ ਮੰਕੀਸ ਵਗੈਰਾ ਉਹ ਜਿਹੜੇ ਆਣਗੇ ਉਹ ਕਿਹੜੇ ਆਪਣੇ ਕੋਲ ਹੁੰਦੇ ਆ, ਉਹ ਐਪਸ ਦੇ ਵਿੱਚ ਆਉਂਦੇ ਆ। ਐਪਸ ਦੇ ਵਿੱਚ ਜਿਹੜੇ ਮੰਕੀ ਹੋ ਗਏ ਤਾਂ ਹਿਊਮਨ ਮੈਨ ਦੇ ਵਿੱਚ ਆਪਾਂ ਆ ਗਏ ਸਾਰੇ ਹਿਊਮਨਸ ਹੋ ਗਏ। ਤਾਂ ਇਹਨਾਂ ਦੇ ਜਿਹੜੇ ਬਲੱਡ ਦੇ ਵਿੱਚ ਪਲਾਜ਼ਮਾ ਪ੍ਰੋਟੀਨ ਆ ਉਹ ਸਿਮਿਲਰ ਹੈਗੇ ਆ, ਤਾਂ ਉਸ ਨੂੰ ਆਪਾਂ ਕੀ ਕਹਿ ਦਿੱਤਾ ਮੋਲੀਕਿਊਲਰ ਹੋਮੋਲੋਜੀ ਜਿਹੜੀ ਆਪਾਂ ਦੇਖਦੇ ਆ ਤਾਂ ਉਹ ਬਲੱਡ ਬੇਸ ਤੇ ਕਰ ਰੱਖੀ ਕਿ ਬਲੱਡ ਪ੍ਰੋਟੀਨ ਪਲਾਜ਼ਮਾ ਪ੍ਰੋਟੀਨ ਜਿਹੜੀਆਂ ਹੈਗੀਆਂ ਸਿਮਿਲਰ ਹੈਗੀਆਂ ਐਪਸ ਤੇ ਹਿਊਮਨਸ ਦੇ ਵਿੱਚ। ਤਾਂ ਇਹ ਸੀ ਆਪਣੇ ਕੋਲ ਹੋਮੋਲੋਗਸ organ। ਨੈਕਸਟ ਆਪਾਂ ਗੱਲ ਕਰਦੇ ਆ ਐਨਾਲੋਗਸ ਦੀ। ਐਨਾਲੋਗਸ ਦੇ ਵਿੱਚ ਦੇਖੋ ਇੱਕ ਪੁਆਇੰਟ ਹੈ ਕਨਵਰਜਨ ਤੇ ਡਿਵਰਜਨ। ਜਿਹੜੇ ਹੋਮੋਲੋਗਸ organ ਹੈਗੇ ਆ ਉਹ ਹੈਗੇ ਕੀ ਆ,
origin same मतलब ਉਹ ਡਿਵੈਲਪ ਹੋ ਰਿਹਾ ਇੱਕ ਖਾਸ ਰੀਜਨ ਤੋਂ, ਲੇਕਿਨ ਉਹਨਾਂ ਦੇ ਜਿਹੜੇ ਫੰਕਸ਼ਨ ਆ ਉਹ ਕੀ ਹੈਗੇ, ਡਿਫਰੈਂਟ ਆ ਰਹੇ। ਫੰਕਸ਼ਨ ਕੀ ਹੋ ਰਿਹਾ, ਫੰਕਸ਼ਨ ਡਿਫਰੈਂਟ, ਡਿਫਰੈਂਟ। ਤਾਂ ਇਹ ਇੱਕ ਤਰ੍ਹਾਂ ਦੇ ਕੀ ਆ, ਦੇਖੋ ਰੀਜਨ ਸੇਮ ਤੋਂ ਜਿਹੜੇ ਆਰਗਨ ਪ੍ਰੋਡਿਊਸ ਹੋ ਰਹੇ ਆ ਉਹ ਬਹੁਤ ਸਾਰੇ ਅਲੱਗ-ਅਲੱਗ ਕੰਮ ਕਰ ਰਹੇ, ਅਲੱਗ-ਅਲੱਗ ਕੰਮ ਕਰ ਰਹੇ ਮਤਲਬ ਵਾਈਡ ਵੈਰਾਈਟੀ ਦੇ ਫੰਕਸ਼ਨ ਕਰ ਰਹੇ ਆ, ਵਾਈਡ ਵੈਰਾਈਟੀ ਮਤਲਬ ਵਾਈਡ ਅਡੈਪਟੇਸ਼ਨ ਆਈ ਉਹਨਾਂ ਦੇ ਵਿੱਚ, ਵਾਈਡ ਅਡੈਪਟੇਸ਼ਨ। ਅਗਰ ਵਾਈਡ ਅਡੈਪਟੇਸ਼ਨ ਆਈ ਹੈ ਜਾਂ ਆਪਾਂ ਕਹਿ ਲਈਏ ਵਾਈਡ ਐਵੋਲੂਸ਼ਨ ਹੋਈ ਉਹਨਾਂ ਦੇ ਵਿੱਚ, ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਵਾਈਡ ਐਵੋਲੂਸ਼ਨ ਹੋਈ ਹੈ, ਤਾਂ ਐਦਾਂ ਦੀ ਜਿਹੜੀ ਐਵੋਲੂਸ਼ਨ ਹੋਏਗੀ ਜਿਹੜੀ ਵਾਈਡ ਜਾਏਗੀ ਇੱਕ ਖਾਸ ਪੁਆਇੰਟ ਤੋਂ ਬਹੁਤ ਸਾਰੇ ਡਾਇਰੈਕਸ਼ਨ ਦੇ ਵਿੱਚ ਜਾਏਗੀ, ਤਾਂ ਉਹ ਵਾਲੀ ਆਪਣੇ ਕੋਲ ਹੁੰਦੀ ਡਾਇਵਰਜੈਂਟ। ਡਾਇਵਰਜੈਂਟ ਓਰੀਜਨ ਸੇਮ ਹੈ, ਉੱਥੋਂ ਕੰਮ ਤਾਂ ਸਿਮਿਲਰ ਵੀ ਆ ਸਕਦੇ ਸੀ, ਲੇਕਿਨ ਡਿਫਰੈਂਟ ਵਰਕ ਉਹਨਾਂ ਦੇ ਆਉਣ ਕਰਕੇ ਕਿਉਂ ਹੋ ਰਿਹਾ, ਕਿਉਂਕਿ ਉਹਨਾਂ ਦੇ ਵਿੱਚ ਵਾਈਡ ਅਡੈਪਟੇਸ਼ਨ ਹੋਈ ਹੈ, ਜਿੱਦਾਂ ਦੇ ਆਰਗਨ ਨੂੰ ਕੰਮ ਚਾਹੀਦੇ ਸੀ ਉਹ ਉਦਾਂ ਦੇ ਹੀ ਉਹਨਾਂ ਕੋਲ ਕੰਮ ਲੈਣ ਲੱਗ ਗਏ, ਚਾਹੇ ਉਹਨਾਂ ਦਾ ਓਰੀਜਨ ਸੇਮ ਹੀ ਸੀ। ਤਾਂ ਇਸ ਕਰਕੇ ਇਹ ਵਾਲੇ ਜਿਹੜੇ ਅਡੈਪਟੇਸ਼ਨ ਸੀ ਉਹਨਾਂ ਦੇ ਵਿੱਚ ਵਾਈਡ ਐਵੋਲੂਸ਼ਨ ਹੋਈ, ਇਸ ਲਈ ਇਸ ਤਰ੍ਹਾਂ ਦੀ ਜਿਹੜੀ ਹੋਏਗੀ ਐਵੋਲੂਸ਼ਨ ਉਸ ਨੂੰ ਆਪਾਂ ਡਾਇਵਰਜੈਂਟ ਐਵੋਲੂਸ਼ਨ ਕਹਿੰਦੇ। ਇਸ ਲਈ ਹੋਮੋਲੋਗਸ ਜਿਹੜੀ ਹੈਗੀ ਆ, ਹੋਮੋਲੋਗਸ ਆਰਗਨ ਜਿਹੜੇ ਆ, ਹੋਮੋਲੋਗਸ ਆਰਗਨ ਜਿਹੜੇ ਆ ਉਹ ਕਿਹਦੇ ਐਗਜ਼ਾਮਪਲ ਹੈ, ਡਾਇਵਰਜੈਂਟ ਐਵੋਲੂਸ਼ਨ। ਡਿਵਰਜੈਂਟ ਐਵੋਲੂਸ਼ਨ ਦੀ ਐਗਜ਼ਾਮਪਲ ਕਿਹੜੀ ਆ, ਹੋਮੋਲੋਗਸ ਆਰਗਨ ਜਿਹੜੇ ਹੈਗੇ ਆ ਉਹ ਕਿਹਦੀ ਐਗਜ਼ਾਮਪਲ ਹੈ, ਡਿਵਰਜੈਂਟ ਐਵੋਲੂਸ਼ਨ ਦੀ। ਨੈਕਸਟ ਆਪਣੇ ਕੋਲ ਐਨਾਲੋਗਸ। ਐਨਾਲੋਗਸ ਦੇ ਵਿੱਚ ਕੀ ਆ, ਉਹਨਾਂ ਦਾ ਓਰੀਜਨ ਡਿਫਰੈਂਟ ਹੋਏਗਾ, ਓਰੀਜਨ ਡਿਫਰੈਂਟ ਹੋਏਗਾ, ਜੋ ਆਰਗਨ ਹੋ ਰਿਹਾ ਪ੍ਰੋਡਿਊਸ ਉਹਨਾਂ ਦਾ ਓਰੀਜਨ ਕੀ ਹੈ, ਡਿਫਰੈਂਟ, ਲੇਕਿਨ ਵਰਕ ਉਹਨਾਂ ਦੇ ਕੀ ਹੋਣਗੇ, ਵਰਕ ਜਾਂ ਫੰਕਸ਼ਨ ਜਿਹੜੇ ਹੋਣਗੇ, ਵਰਕ ਜਾਂ ਫੰਕਸ਼ਨ ਕੀ ਰਹਿਣਗੇ, ਸਿਮਿਲਰ। ਇਟ ਮੀਨਸ ਕੀ ਆ ਕਿ ਉਹ ਬਣ ਤਾਂ ਅਲੱਗ-ਅਲੱਗ ਪੋਰਸ਼ਨ ਤੋਂ ਰਿਹਾ ਹੈ, ਅਲੱਗ-ਅਲੱਗ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ ਉਹ ਅਲੱਗ-ਅਲੱਗ ਓਰੀਜਨ ਤੋਂ ਹੋ ਰਹੀ ਹੈ, ਲੇਕਿਨ ਉਹਨਾਂ ਦੇ ਕੰਮ ਕੀ ਆ ਰਿਹਾ, ਸਿਮਿਲਰ। ਮਤਲਬ ਕੀ ਹੈ, ਬਹੁਤ ਸਾਰੇ ਅਲੱਗ-ਅਲੱਗ ਪੋਰਸ਼ਨ ਤੋਂ ਕੀ ਹੋਈ ਆ, ਅਗਰ ਆਪਾਂ ਬੋਡੀ ਪਾਰਟਸ ਦੇ ਦੇਖਦੇ ਹਾਂ, ਬੋਡੀ ਪਾਰਟਸ ਦੇ ਜਿਹੜੇ ਆ ਅਲੱਗ-ਅਲੱਗ ਪੋਰਸ਼ਨ ਤੋਂ ਉਹਨਾਂ ਦੀ ਡਿਵੈਲਪਮੈਂਟ ਹੋਈ ਹੈ, ਲੇਕਿਨ ਉਹ ਕੰਮ ਕੀ ਕਰ ਰਹੇ ਆ, ਕੰਮ ਸਾਰੇ ਦੇ ਸਾਰੇ ਸਿਮਿਲਰ ਕਰ ਰਹੇ ਆ। ਜਿੰਨੇ ਵੀ ਆਰਗਨ ਪ੍ਰੋਡਿਊਸ ਹੋਏ ਆ ਬੋਡੀ ਦੇ ਡਿਫਰੈਂਟ ਪਾਰਟਸ ਤੋਂ, ਜੋ ਵੀ ਆਰਗਨ ਪ੍ਰੋਡਿਊਸ ਹੋ ਰਿਹਾ, ਲੇਕਿਨ ਉਹਨਾਂ ਦੇ ਸਿਮਿਲਰ ਫੰਕਸ਼ਨ ਹੋਣ ਕਰਕੇ ਕੀ ਹੋ ਰਿਹਾ, ਆਰਗਨ ਡਿਫਰੈਂਟ ਹੈ ਲੇਕਿਨ ਉਹਨਾਂ ਦੇ ਕੀ ਹੈ, ਆਰਗਨ ਡਿਫਰੈਂਟ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ origin of development ਡਿਫਰੈਂਟ ਹੈ, ਲੇਕਿਨ ਉਹਨਾਂ ਦੇ ਕੰਮ ਕੀ ਆ ਰਹੇ, ਸਿਮਿਲਰ ਆ ਰਹੇ ਹੈ। ਤਾਂ ਇਟ ਮੀਨਸ ਉਹਨਾਂ ਦੇ ਵਿੱਚ ਅਡੈਪਟੇਸ਼ਨ ਕਿੱਦਾਂ ਦੀ ਹੋ ਰਹੀ ਹੈ, ਕਨਵਰਜੈਂਟ, ਕਿਉਂਕਿ ਕੰਮ ਤਾਂ ਸਿਮਿਲਰ ਹੀ ਕਰ ਰਿਹਾ, ਉਹਨਾਂ ਦੇ ਕੀ ਹੈ, origin ਕੀ ਹੋ ਰਿਹਾ, origin ਔਰ ਡਿਵੈਲਪਮੈਂਟ ਡਿਫਰੈਂਟ ਸੀ, ਲੇਕਿਨ ਕੰਮ ਕਿੱਦਾਂ ਦੇ ਕਰ ਰਿਹਾ, ਸਿਮਿਲਰ ਕਰ ਰਿਹਾ, ਤਾਂ ਉਹ ਵਾਲੀ ਜਿਹੜੀ ਹੋਏਗੀ ਉਹ ਕਨਵਰਜੈਂਟ ਐਵੋਲੂਸ਼ਨ ਨੂੰ ਰਿਪਰੈਜ਼ੈਂਟ ਕਰੇਗੀ। ਐਨਾਲੋਗਸ ਆਰਗਨ ਜਿਹੜੇ ਆ ਉਹ ਕਿਹੜੇ ਵਾਲੇ ਆ ਕਿ origin of ਉਹਨਾਂ ਦੇ ਜਿਹੜਾ ਹੈਗਾ ਪ੍ਰੋਡਕਟ ਡਿਵੈਲਪਮੈਂਟ ਉਹ ਡਿਫਰੈਂਟ ਹੈ, ਲੇਕਿਨ ਉਹਨਾਂ ਦੇ ਫੰਕਸ਼ਨ ਕੀ ਹੈ, ਸਿਮਿਲਰ ਹੈ, ਤਾਂ ਇਹ ਵਾਲੀ ਜਿਹੜੀ ਹੋਏਗੀ ਐਵੋਲੂਸ਼ਨ ਉਹ ਹੋਏਗੀ ਕਨਵਰਜੈਂਟ, ਮਤਲਬ ਕਨਵਰਜ ਕਰ ਗਿਆ ਕਿਸੇ ਖਾਸ ਫੰਕਸ਼ਨ ਨੂੰ ਲੈ ਕੇ। ਤਾਂ ਦੂਸਰੀ ਸਾਈਡ ਦੇਖਦੇ ਆਪਾਂ ਹੋਮੋਲੋਗਸ ਆਰਗਨ ਉਹ ਕੀ ਕਰ ਗਿਆ, ਉਹ ਡਿਵਰਜ ਹੋ ਗਿਆ ਡਿਫਰੈਂਟ ਫੰਕਸ਼ਨ ਨੂੰ ਪਰਫਾਰਮ ਕਰਨ ਲਈ। ਤਾਂ ਐਨਾਲੋਗਸ ਦੇ ਵਿੱਚ ਜਿਹੜੀ ਐਗਜ਼ਾਮਪਲ ਹੈ, ਵਿੰਗਸ ਆਫ ਅ ਬਟਰਫਲਾਈ ਐਂਡ ਬਰਡ, ਵਿੰਗਸ ਆਫ ਅ ਬਟਰਫਲਾਈ ਐਂਡ ਬਰਡ, ਇਹਨਾਂ ਦੇ ਜਿਹੜੇ ਆ ਇਹ ਕਿਹੜੇ ਵਾਲੇ ਹੈਗੇ, ਐਨਾਲੋਗਸ ਆਰਗਨ ਦੇ। ਇਹਨਾਂ ਦੇ ਐਨਾਟੋਮਿਕਲੀ ਦੇਖੋਗੇ ਤਾਂ ਕੀ ਹੈਗੀ ਆ, ਅਲੱਗ-ਅਲੱਗ, ਲੇਕਿਨ ਫੰਕਸ਼ਨ ਕੀ ਕਰ ਰਹੇ, ਸੇਮ ਪਰਫਾਰਮ ਕਰ ਰਹੇ ਆ। ਆਈਜ਼ ਆਫ ਆਕਟੋਪਸ ਐਂਡ ਮੈਮਲਸ, ਮੈਮਲ ਦੀ ਆਈ ਐਂਡ ਆਕਟੋਪਸ ਦੀ ਜਿਹੜੀ ਆ ਆਈਜ਼ ਦੇ ਜਿਹੜੀ ਐਨਾਟੋਮਿਕਲੀ ਦੇਖੋਗੇ ਡਿਫਰੈਂਟ ਹੈ, ਲੇਕਿਨ ਫੰਕਸ਼ਨ ਕੀ ਕਰ ਰਹੀ ਹੈ, ਸੇਮ ਕਰ ਰਹੀ ਹੈ। ਏਦਾਂ ਫਲਿੱਪਰਸ ਆਫ ਪੈਂਗੁਇਨਸ ਐਂਡ ਡੋਲਫਿਨ, ਡੋਲਫਿਨ ਐਂਡ ਜਿਹੜੇ ਪੈਂਗੁਇਨਸ ਦੇ ਜਿਹੜੇ ਫਲਿੱਪਰ ਆ ਕੰਮ ਤਾਂ ਸਵਿਮਿੰਗ ਦਾ ਹੀ ਕਰ ਰਹੇ, ਲੇਕਿਨ ਇਹਨਾਂ origin ਦੇਖਦੇ ਹੋ ਤਾਂ ਤੁਸੀਂ origin ਦੇਖੋਗੇ ਇਹ ਬਿਲਕੁਲ ਡਿਫਰੈਂਟ origin ਆ ਰਿਹਾ ਉਹਨਾਂ ਦਾ।
ਨੈਕਸਟ ਆਪਣੇ ਕੋ ਸਵੀਟ ਪੋਟੈਟੋ ਐਂਡ ਪੋਟੈਟੋ। ਸਵੀਟ ਪੋਟੈਟੋ ਇੱਕ ਤਰ੍ਹਾਂ ਦੀ ਰੂਟ ਮੋਡੀਫਿਕੇਸ਼ਨ ਆ ਤੇ ਇਹ ਸਟੈਮ ਮੋਡੀਫਿਕੇਸ਼ਨ, ਲੇਕਿਨ ਇਹਨਾਂ ਦਾ ਕੰਮ ਕੀ ਹੈਗਾ? ਫੂਡ ਨੂੰ ਸਟੋਰ ਕਰਨਾ, ਫੂਡ ਨੂੰ ਸਟੋਰ ਕਰਨਾ। ਸਟਿੰਗ ਆਫ ਬੀ ਐਂਡ ਸਕੋਰਪੀਅਨ, ਅਗਰ ਸਟਿੰਗ ਆਫ ਬੀ ਐਂਡ ਸਕੋਰਪੀਅਨ ਦੇਖਦੇ ਆ ਤਾਂ ਉਹਦੇ ਵਿੱਚ ਜਿਹੜੇ ਅਨੋਟਮਿਕਲੀ ਜਿਹੜੀ ਸਟਰਕਚਰ ਦੇਖੋਗੇ ਡਿਫਰੈਂਟ ਹੋਏਗੀ, ਲੇਕਿਨ ਪਰਪਸ ਕੀ ਕਰ ਰਿਹਾ, ਕੰਮ ਕੀ ਕਰ ਰਿਹਾ, ਸੇਮ। नेक्स्ट है क्लोरागोगन सेल इन अर्थवर्म एंड लिवर ऑफ ए वर्टेब्रेट की है सिमिलर फंक्शन परफॉर्म करते, लेकिन दोनों का रीजन की है डिफरेंट है। ਉਹਨਾਂ ਦਾ ਇਹ ਕੰਮ ਕੀ ਹੈ, ਕਲੋਰਾਗੋਗਨ ਸੈੱਲ ਕੀ ਕਰਦੇ ਆ, ਅਰਥਵਰਮ ਦੇ ਵਿੱਚੋਂ ਅਮੋਨੀਆ ਨੂੰ ਉਹਨੇ ਖਤਮ ਕਰਨਾ। ਅਮੋਨੀਆ ਜਿਹੜੀ ਹੋਏਗੀ ਯੂਰੀਆ ਜਾਂ ਅਮੋਨੀਆ ਨੂੰ ਸੈਕ੍ਰੀਟ ਕਰਾਣਾ, ਅਮੋਨੀਆ ਨੂੰ ਰਿਲੀਜ਼, ਜਾਂ ਆਪਾਂ ਇਹ ਕਹਿ ਸਕਦੇ ਹਾਂ ਅਮੋਨੀਆ ਨੂੰ ਬੋਡੀ ਤੋਂ ਬਾਹਰ ਕਰਨਾ, ਐਕਸਕ੍ਰੀਟ ਕਰਾਣਾ, ਐਕਸਕ੍ਰੀਟ ਕਰਨਾ। ਤਾਂ ਲੀਵਰ ਦਾ ਹੀ ਕੰਮ ਇਹੀ ਹੈ। ਵਰਟੇਬ੍ਰੇਟਸ ਦੇ ਵਿੱਚ ਲੀਵਰ ਕੀ ਕਰਦਾ ਹੈਗਾ, ਜੋ ਆਪਣੇ ਬੋਡੀ ਦੇ ਅੰਦਰ ਯੂਰੀਆ ਅਮੋਨੀਆ ਨੂੰ ਯੂਰੀਆ ਦੇ ਵਿੱਚ ਕਨਵਰਟ ਕਰ ਰਿਹਾ, ਅਮੋਨੀਆ ਨੂੰ ਯੂਰੀਆ 'ਚ ਕਨਵਰਟ ਕਰ ਰਿਹਾ। ਜੋ ਆਪਣੀ ਬੋਡੀ ਦੇ ਅੰਦਰ ਅਮੋਨੀਆ ਪ੍ਰੋਡਿਊਸ ਹੁੰਦਾ ਉਸਨੂੰ ਯੂਰੀਆ, ਯੂਰੀਆ ਇੱਕ ਲੈਸ ਟੌਕਸਿਕ ਹੈ ਦੈਨ ਅਮੋਨੀਆ। ਤਾਂ ਯੂਰੀਆ ਔਰ ਯੂਰੀਆ ਨੂੰ ਫਿਰ ਫਿਲਟਰ ਕਰਕੇ ਕਿਡਨੀਜ਼ ਕੀ ਕਰ ਦਿੰਦੀ ਹੈ, ਯੂਰਿਨ ਦੀ ਫਾਰਮ, ਯੂਰਿਨ ਦੇ ਨਾਲ ਬਾਹਰ ਕਰ ਦਿੰਦੇ ਬੋਡੀ ਦੇ ਵਿੱਚੋਂ। ਅਮੋਨੀਆ ਨੂੰ ਯੂਰੀਆ ਦੇ ਵਿੱਚ ਕੌਣ ਕਨਵਰਟ ਕਰਦਾ, ਲੀਵਰ। ਉਵੇਂ ਹੀ ਕਲੋਰੋਗੋਗਨ ਸੈੱਲ ਜਿਹੜੇ ਹੈਗੇ ਆ ਉਹ ਵੀ ਅਮੋਨੀਆ ਨੂੰ ਕੀ ਕਰ ਰਹੇ ਆ, ਅਰਥਵਰਮ ਦੇ ਵਿੱਚ ਐਕਸਕ੍ਰੀਟ ਕਰਾ ਰਹੇ। ਤਾਂ ਇਹ ਸਾਰੇ ਦੇ ਸਾਰੇ ਫੰਕਸ਼ਨ ਹੈ, ਫੰਕਸ਼ਨ ਸਿਮਿਲਰ ਹੈ ਕਲੋਰੋਗੋਗਨ ਸੈੱਲ ਐਂਡ ਆਪਾਂ ਲੀਵਰ ਦੀ ਗੱਲ ਕਰੀ, ਲੇਕਿਨ ਇਹਨਾਂ ਦਾ ਓਰੀਜਨ ਜਿਹੜਾ ਉਹ ਡਿਫਰੈਂਟ ਹੈ। ਓਰੀਜਨ ਡਿਫਰੈਂਟ, ਵਰਕ ਸੇਮ, ਇਸ ਲਈ ਕੀ ਹੈ, ਡਿਵਰਜੈਂਟ। ਕਿਸੇ ਫੰਕਸ਼ਨ ਨੂੰ ਲੈ ਕੇ ਅਗਰ ਕੋਈ ਸਿਮਿਲਰ ਫੰਕਸ਼ਨ ਪਰਫਾਰਮ ਕਰ ਰਿਹਾ ਲੇਕਿਨ ਓਰੀਜਨ ਡਿਫਰੈਂਟ ਹੈ, ਕਿਸੇ ਫੰਕਸ਼ਨ ਨੂੰ ਲੈ ਕੇ ਅਗਰ ਕੋਈ ਕਨਵਰਜ ਕਰ ਰਿਹਾ ਤਾਂ ਉਹ ਵਾਲੀ ਐਵੋਲੂਸ਼ਨ ਕੀ ਹੋ ਰਹੀ ਹੈ, ਕਨਵਰਜੈਂਟ। ਅਗਰ ਫੰਕਸ਼ਨ ਨੂੰ ਲੈ ਕੇ ਕੋਈ ਐਵੋਲੂਸ਼ਨ ਕੀ ਹੋ ਰਹੀ ਹੈ, ਡਿਵਰਜ ਹੋ ਰਹੀ ਹੈ, ਜਾਂ ਡਿਫਰੈਂਟ ਫੰਕਸ਼ਨ ਨੂੰ ਪਰਫਾਰਮ ਕਰਨ ਲਈ ਸਿਮਿਲਰ जो डेवलपमेंट हुई है, सिमिलर ओरिजिन तो डेवलपमेंट हुई, लेकिन वो फंक्शन डिफरेंट होने करके डिफरेंट टाइप के फंक्शन परफॉर्म कर रही, तो वो वाली एवोल्यूशन होगी डाइवर्जेंट। तो इसलिए होमोलोगस जी है वो वाली केड़ी है, डिवर्जेंट एवोल्यूशन होएगी, तो जी एनालोगस वाली है वो केड़ी वाली होएगी, कन्वर्जेंट एवोल्यूशन। अज की क्लास इन्ना ही, नैक्सट आप करांगे वेस्टिजियल ऑर्गन। थैंक यू।